ਬੰਧਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ, ਤਨ ਤਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਤਨ ਤਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਪੱਤ ਰੱਖਣ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬੜੇ ਹੀ ਪ੍ਰੇਮ ਦੇ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਆਪ ਸਮੂਹ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ, ਬਹੁਤ ਭਲਾ ਕਰਨ ਵਾਲੀ ਗੁਰਬਾਣੀ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਗੁਰਬਾਣੀ ਜੀ ਦਾ ਪਵਿੱਤਰ ਕੀਰਤਨ ਆਪ ਜੀ ਨੇ ਸਰਵਣ ਕੀਤਾ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਵਾਰ ਹੈ, ਸ੍ਰੀ ਗੁਜਰੀ ਜੀ ਦੀ ਵਾਰ, ਉਹਦੇ ਵਿੱਚ ਇਹ ਬਚਨ ਹੈ ਜੀ, ਗੁਜਰੀ ਦੀ ਵਾਰ ਵਿੱਚ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚਾ ਸਾਈਂ ਕੌਣ ਹੈ ਜੀ? ਸੱਚਾ ਸਾਈਂ ਪਰਮੇਸ਼ਰ ਹੈ ਜੀ। ਸੱਚਾ ਸਾਈਂ ਜੀ ਦੁਨੀਆ ਦੇ ਸਾਈਂ, ਸਾਈਂ ਦਾ ਅਰਥ ਹੁੰਦਾ ਮਾਲਕ ਜੀ। ਦੁਨੀਆ ਦੇ ਮਾਲਕ ਨੇ ਜਿਹੜੇ ਵਿਚਾਰੇ ਉਹ ਝੂਠੇ ਹੈਗੇ ਜੀ ਤੇ ਬੜੇ ਛੋਟੇ ਜਿਹੇ ਹੈਗੇ ਜੀ। ਪਰਮੇਸ਼ਰ ਜੀ ਬੜੇ ਹੀ ਵੱਡੇ ਹੈਗੇ, ਬੜੇ ਹੀ ਵੱਡੇ ਹੈਗੇ ਨੇ ਤੇ ਸੱਚੇ ਨੇ ਜੀ। ਤੇ ਗੁਰਮੁਖੋ ਦੁਨੀਆ ਦਾ ਬੰਦਾ ਸਾਡੀ ਸਦਾ ਰਾਖੀ ਨਹੀਂ ਤੇ ਕਰ ਸਕਦਾ, ਜਿੰਨਾ ਚਿਰ ਸਾਡੇ ਕੋਲ ਹੈ ਉਹ ਸਾਡੀ ਓਨਾ ਚਿਰ ਹੀ ਰਾਖੀ ਕਰ ਸਕਦਾ ਜੀ। ਹਾਂਜੀ, ਜਿੰਨਾ ਚਿਰ ਤੱਕ ਬੰਦਾ ਸਾਡੇ ਕੋਲ ਹੈ ਉਹ ਸਾਡੀ ਓਨਾ ਚਿਰ ਹੀ ਰਾਖੀ ਰੱਖ ਸਕਦਾ ਜੀ। ਪਰ ਵਾਹਿਗੁਰੂ ਪਰਮੇਸ਼ਰ ਬਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ, ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੇ ਵਾਹਿਗੁਰੂ ਜੀ ਮੈਂ ਤੁਹਾਨੂੰ ਜਪਾਂ ਕਿਉਂ? ਦੁਨੀਆ ਦੇ ਬੰਦੇ ਤਾਂ ਥੋੜੇ ਜਿਹੇ ਸਮੇਂ ਲਈ ਮੇਰੇ ਕੋਲ ਰਹਿਣਗੇ, ਤੁਸੀਂ ਸਦਾ ਰਹਿਣ ਵਾਲੇ ਹੋ ਤੇ ਸਦਾ ਹੀ ਰਾਖੀ ਕਰਨ ਵਾਲੇ ਹੋ ਜੀ। ਸਦਾ ਹੀ ਰਾਖੀ ਕਰਨ ਵਾਲੇ ਜੀ, ਸਦਾ ਹੀ ਰਾਖੀ ਕਰਨ ਵਾਲੇ। ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ, ਭਾਈ ਗੁਰੂ ਜੀ ਦੇ ਚਰਨਾਂ ਵਿੱਚ ਲੱਗ ਜਾਓ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਜਾਓ। ਚਿੰਤਾ ਸਾਰੀਆਂ ਹੀ ਛੱਡ ਦਿਓ ਤੇ ਅਚਿੰਤ ਹੋ ਜਾਓ, ਆਪੇ ਹੀ ਰਾਖੀ ਕਰੇਗਾ, ਆਪੇ ਹੀ ਛਕਣ ਛਕਾਉਣ ਨੂੰ ਦੇਗਾ, ਬਸ ਉਹਦੇ ਉੱਤੇ ਸਮਰਪਿਤ ਹੋ ਜਾਓ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਪ ਜੀ ਗੁਰਬਾਣੀ ਜੀ ਦਾ ਪਵਿੱਤਰ ਕੀਰਤਨ ਸਰਵਣ ਕਰ ਰਹੇ ਸੀ, ਬੜੇ ਹੀ ਪ੍ਰੇਮ ਦੇ ਨਾਲ ਸਾਰੀ ਸੰਗਤ ਦਾਸ ਦੀ ਤੇ ਆਪਣੀ ਹਾਜ਼ਰੀ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸੁਣ ਰਹੇ ਹੋ। ਗੁਰਮੁਖੋ ਕੱਲ ਵੀ ਆਪ ਜੀ ਨੇ ਸੁਣਿਆ ਤੇ ਪਰਸੋਂ ਵੀ ਸੁਣਿਆ, ਵਸਤੂਆਂ ਦੇ ਵਿੱਚ ਜਦੋਂ ਬੰਦਾ ਸੁੱਖ ਲੱਭ ਲੈਂਦਾ ਤੇ ਉਹਨਾਂ 'ਚ ਸਦਾ ਦਾ ਸੁੱਖ ਨਹੀਂ ਹੈਗਾ ਜੀ। ਹਾਂਜੀ, ਅੱਜ ਸਾਡੇ ਕੋਲ ਨੇ, ਕੱਲ ਕਿਤੇ ਹੋਰ ਹੋਣਗੀਆਂ ਜੀ। ਸਦਾ ਸੁੱਖ ਨਹੀਂ ਹੈਗਾ। ਬੰਦੇ ਨੂੰ ਉਹ ਕੰਮ ਕਰਨਾ ਚਾਹੀਦਾ ਜਿਹੜਾ ਪੱਕਾ ਹੋਵੇ ਤੇ ਸਦਾ ਹੀ ਸੁਖਦਾਈ ਹੋਵੇ ਜੀ। ਕੱਢ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਮ ਸੰਸਾਰੀ ਕੰਮ ਕਰਦੇ ਆ ਆਪਾਂ, ਤੇ ਆਪਾਂ ਜਿਹੜੇ ਕੋਲੋਂ ਕੰਮ ਕਰਾਉਣਾ ਉਹਨੂੰ ਕਹਿੰਦੇ ਭਾਈ ਵੇਖੀ ਪੱਕਾ ਕੰਮ ਕਰੀ, ਸਾਡਾ ਕੰਮ ਜਿਹੜਾ ਉਹ ਕੱਚਾ ਨਹੀਂ ਹੋਣਾ ਚਾਹੀਦਾ, ਸਾਡਾ ਕੰਮ ਪੱਕਾ ਹੋਣਾ ਚਾਹੀਦਾ ਜੀ। ਆਪਾਂ ਆਮ ਹੀ ਸੰਸਾਰ ਵਿੱਚ ਵਿਚਰਦੇ ਕਹਿੰਦੇ ਆ ਸਾਡਾ ਕੰਮ ਪੱਕਾ ਕਰੀ ਜੀ। ਹਾਂਜੀ, ਦੁਨੀਆ ਦੇ ਕੰਮ ਤੇ ਪੱਕੇ ਜੀ, ਤੇ ਜਿਹਨੇ ਸਦਾ ਹੀ ਸੁੱਖ ਦੇਣਾ ਉਹ ਕੰਮ ਕੱਚਾ ਜੀ। ਹਾਂਜੀ, ਸਦਾ ਸੁੱਖ ਦੇਣਾ ਵਾਹਿਗੁਰੂ ਜੀ ਦੇ ਨਾਮ ਨੇ। ਵਾਹਿਗੁਰੂ ਜੀ ਕਿਰਪਾ ਕਰੇ ਸੁਰਤ ਨਾਮ ਵਿੱਚ ਜੁੜੀ ਰਹੇ, ਮਕਸਦ ਇਹ ਬਣੇ ਜੀ। ਸੱਚ ਇਹ ਹੈ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਨਾ ਜੀ, ਮੈਂ ਆਪਣੇ ਤਬਕੇ ਦੀ ਗੱਲ ਕਰਨਿਆ ਜੀ, ਸਾਡੇ ਵਿੱਚੋਂ ਵੀ ਬਹੁਤ ਸਾਰਿਆਂ ਦੀ ਮੈਂ ਆਪਣੀ ਵੀ ਗੱਲ ਕਰਾਂ ਤੇ ਰੱਬ ਸਾਡੀ ਮੰਜ਼ਿਲ ਨਹੀਂ ਹੈਗਾ ਜੀ। ਬਹੁਤਿਆਂ ਦੀ ਤੇ ਕੋਈ ਨਾ ਕੋਈ ਪਦਵੀ ਪ੍ਰਾਪਤ ਕਰਨੀ ਹੈ ਜੀ, ਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਦੀ ਵੀ ਕੋਈ ਨਾ ਕੋਈ ਵਸਤੂ ਮਿਲਣੀ ਹੈ ਜੀ, ਵਸਤੂ ਲੈਣੀ ਹੈ। ਵਾਹਿਗੁਰੂ ਕਿਰਪਾ ਕਰੇ ਨਾਮ ਜਪਣਾ ਹੀ ਸਾਡੀ ਮੰਜ਼ਿਲ ਬਣ ਜੇ ਤੇ ਨਾਮੀ ਨੂੰ ਪ੍ਰਾਪਤ ਕਰਨਾ ਹੀ ਸਾਡੀ ਮੰਜ਼ਿਲ ਬਣ ਜੇ ਜੀ। ਬੜੇ ਪ੍ਰੇਮ ਦੇ ਨਾਲ ਸੁਰਤੀਆਂ ਇਕਾਗਰ ਕਰੋ, 2 ਮਿੰਟ ਵਾਹਿਗੁਰੂ ਜਪੋ, ਫਿਰ ਆਪਾਂ ਲੜੀਵਾਰ ਕਥਾ ਵਾਲੇ ਪਾਸੇ ਆਉਣਾ। ਬੜਾ ਵਧੀਆ ਇਤਿਹਾਸ ਚੱਲ ਰਿਹਾ, ਬੜੇ ਪ੍ਰੇਮ ਨਾਲ ਨੇਤਰ ਬੰਦ ਕਰਕੇ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਪੂਰਾ ਅੰਦਰੋਂ ਆਖੀਏ ਜੀ, ਉੱਤੋਂ ਉੱਤੋਂ ਨਹੀਂ ਜੀ, ਵੀ
बोल लिया सुन लिया जी। हाँ जी, सुन के बोल दिता जी पूरा अंदरों। गुरु साहब महाराज जी नूं आखो, महाराज तुहीं किरपा करो साडा मन टिक जे। बड़े प्रेम नाल गज के आखो, वाहिगुरु 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 वाहिगुरु। वाहिगुरु। ਧੰਨ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੁਭਾਈਮਾਨ ਨੇ ਜੀ। ਸਿੱਖ ਵਸਤੂਆਂ ਲੈ ਕੇ ਆਇਆ, ਪੈਂਦੇ ਖਾਂ ਦੀ ਨਜ਼ਰ ਉਹਨਾਂ ਵਸਤੂਆਂ ਤੇ ਪੈ ਗਈ ਜੀ। ਮੂੰਹੋਂ ਤਾਂ ਨਹੀਂ ਮੰਗਿਆ ਉਹਨੇ, ਮਨ ਵਿੱਚ ਫੁਰਨਾ ਬਣਾਇਆ ਵੀ ਗੁਰੂ ਜੀ ਮੈਨੂੰ ਦੇ ਦੇਣ ਜੀ। ਗੁਰੂ ਸਾਹਿਬ ਨੇ ਦੇਤੀਆਂ, ਪਰ ਉਹਨਾਂ ਵਸਤੂਆਂ ਵਿੱਚ ਜਿਹੜਾ ਦੁੱਖ ਨਿਕਲਿਆ ਜੀ ਉਹ ਆਪ ਜੀ ਨੇ ਸੁਣਿਆ ਜੀ ਕੱਲ ਜੀ। ਪੈਂਦੇ ਖਾਂ ਦੀ ਪਤਨੀ ਜ਼ਬਰਦਸਤੀ ਉਹ ਵਸਤੂਆਂ ਖੋਹ ਕੇ ਤੇ ਆਪਣੀ ਜਵਾਈ ਨੂੰ ਦੇ ਦਿੰਦੀ ਜੀ। ਜਦੋਂ ਜਵਾਈ ਕਹਿੰਦਾ ਨਾ ਵੀ ਜੇ ਤੂੰ ਮੈਨੂੰ ਨਾ ਵਸਤੂਆਂ ਦਿੱਤੀਆਂ ਮੈਂ ਮਰ ਜਾਵਾਂਗਾ ਜਾਂ ਤੇਰੀ ਧੀ ਛੱਡ ਦਿਆਂਗਾ ਜੀ। ਪੈਂਦੇ ਖਾਂ ਨੂੰ ਮਜਬੂਰੀ ਵਿੱਚ ਉਹ ਵਸਤੂਆਂ ਦੇਣੀਆਂ ਪਈਆਂ, ਵਸਤੂਆਂ ਤੇ ਦੇਤੀਆਂ ਜੀ। ਪੈਂਦੇ ਖਾਂ ਨੂੰ ਰਾਤ ਨੀਂਦ ਨਾ ਆਈ ਜੀ, ਨਾ ਕੁਝ ਖਾਧਾ ਨਾ ਕੁਝ ਪੀਤਾ। ਇਹੋ ਹੀ ਚਿੰਤਾ ਲੱਗ ਗਈ, ਸਵੇਰੇ ਮੈਂ ਗੁਰੂ ਜੀ ਦੇ ਕੋਲ ਕਿਹੜਾ ਮੂੰਹ ਲੈ ਕੇ ਜਾਵਾਂਗਾ। ਗੁਰਮੁਖੋ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਤੇ ਸੁਰਤ ਕਰਕੇ ਪਾਪ ਹੋ ਜਾਂਦਾ ਬੰਦੇ ਕੋਲ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅਪਰਾਧ ਤੇ ਸਰੀਰ ਕੋਲ ਹੁੰਦਾ ਨਾ ਜੀ, ਬੰਦੇ ਨੂੰ ਪਤਾ ਵੀ ਨਹੀਂ ਹੁੰਦਾ, ਸੁਰਤ ਕਰਕੇ ਬੰਦੇ ਕੋਲੋਂ ਪਾਪ ਹੋ ਜਾਂਦਾ ਜੀ। ਪੈਂਦੇ ਖਾਂ ਕੋਲੋਂ ਇੱਕ ਤਰੀਕੇ ਦਾ ਪਾਪ ਹੀ ਹੋ ਗਿਆ ਜੀ। ਹੁਣ ਮੰਜੇ ਤੇ ਰੋਗੀਆਂ ਦੀ ਤਰ੍ਹਾਂ ਪਿਆ, ਨਾ ਬੋਲਦਾ ਨਾ ਸੁਣਦਾ ਜੀ। ਉਧਰ ਬਾਬਾ ਗੁਰਦਿੱਤਾ ਜੀ ਉਡੀਕਣ ਅਗਲੇ ਦਿਨ ਵੀ ਪੈਂਦੇ ਖਾਂ ਨਹੀਂ ਆਇਆ, ਸ਼ਿਕਾਰ ਤੇ ਜਾਣਾ। ਪੈਂਦੇ ਖਾਂ ਇਹ ਸੋਚੇ ਵੀ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ। ਬਾਬਾ ਜੀ ਫਿਰ ਆਪ ਸਿੱਖਾਂ ਨੂੰ ਲੈ ਕੇ ਨਾ ਜੀ ਸ਼ਿਕਾਰ ਤੇ ਗਏ ਜੀ। ਚਿੱਟੇ ਰੰਗ ਦਾ ਬਾਜ ਜੀ, ਜਦੋਂ ਉਸ ਬਾਜ ਨੂੰ ਸ਼ਿਕਾਰ ਤੇ ਚਾੜਿਆ ਉਡਾਇਆ, ਉਸ ਬਾਜ ਨੇ ਬੜੇ ਕਰਤੱਵ ਵਿਖਾਏ ਜੀ। ਜੰਗਲ ਦੇ ਵਿੱਚ ਬਾਬਾ ਜੀ ਸਨ, ਅੱਗੋਂ ਸਾਧ ਸੰਗਤ ਜੀ ਇੱਕ ਸੁਕਾਬ ਪੰਛੀ ਨਿਕਲਿਆ ਜੀ। ਬਾਬਾ ਜੀ ਨੇ ਆਖਿਆ ਵੀ ਇਹਦੇ ਪਿੱਛੇ ਬਾਜ ਲਾਓ ਜੀ। ਸੁਕਾਬ ਪੰਛੀ ਤੇ ਬਹੁਤ ਤੇਜ਼ ਉੱਡਦਾ ਸੀਗਾ ਜੀ, ਬਾਜ ਰੱਜੇ ਹੋਣ ਕਰਕੇ ਵਿਚਾਰਾ ਬਹੁਤਾ ਨਹੀਂ ਉੱਡ ਸਕਿਆ ਜੀ। ਅੱਗੇ ਛੋਟਾ ਮੀਰ ਸੀ ਪਿੰਡ ਸੀਗਾ ਜੀ, ਉਸ ਪਿੰਡ ਦੇ ਵਿੱਚ ਜਾ ਕੇ ਬਾਜ ਨਾ ਜੀ ਉਤਰ ਗਿਆ ਬਾਗ ਵਿੱਚ ਜੀ। ਉਸੇ ਬਾਗ ਵਿੱਚ ਪੈਂਦੇ ਖਾਂ ਦਾ ਦੁਸ਼ਟ ਜਵਾਈ ਜੀ, ਗੱਜ ਕੇ ਆਖੋ ਵਾਹਿਗੁਰੂ। ਪੈਂਦੇ ਖਾਂ ਦਾ ਦੁਸ਼ਟ ਜਵਾਈ ਉਹ ਬੈਠਾ ਸੀਗਾ ਜੀ। ਉਹਨੇ ਵੇਖਿਆ ਵੀ ਇਹ ਜਿਹੜਾ ਪੈਂਦੇ ਖਾਂ ਹੈ ਵਾਹਿਗੁਰੂ, ਇਹ ਚਿੱਟੇ ਰੰਗ ਦਾ ਬਾਜ ਆਇਆ ਜੀ, ਜਿਹੜਾ ਇਹ ਸ਼ਾਹੀ ਬਾਜ ਹੈ। ਉਹਨੇ ਬਾਜ ਫੜ ਲਿਆ ਜੀ। ਬਾਜ ਆਪਣੀ ਸੱਸ ਕੋਲ ਲੈ ਗਿਆ ਜੀ ਘਰ ਜੀ। ਜਦੋਂ ਆਪਣੀ ਸੱਸ ਕੋਲ ਲੈ ਗਿਆ ਨਾ ਜੀ ਬਾਜ, ਤੇ ਫਿਰ ਤੁਸਾਂ ਸੁਣਿਆ ਉਹਦੀ ਸੱਸ ਉਰ ਤੋਂ ਗਾਂ ਦੀ ਨਿਕਲੀ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੀ ਵੇਖ ਤੈਨੂੰ ਖੁਦਾ ਨੇ ਬਾਜ ਦਿੱਤਾ, ਕਿਸੇ ਨੂੰ ਮੰਗਿਆ ਵੀ ਤੂੰ ਇਹ ਬਾਜ ਨਾ ਦਈ ਜੀ। ਹੁਣ ਪੈਂਦੇ ਖਾਂ ਨੂੰ ਪਤਾ ਲੱਗ ਗਿਆ ਵੀ ਬਾਜ ਗੁਰੂ ਸਾਹਿਬ ਦਾ ਇੱਥੇ ਆ ਚੁੱਕਾ ਜੀ। ਪੈਂਦੇ ਖਾਂ ਸੋਚਣ ਦਿਆ ਵੀ ਬਾਕੀ ਵਸਤੂਆਂ ਤੈਨੇ ਲੈ ਲੀਆਂ, ਘੱਟੋ ਘੱਟ ਮੈਂ ਬਾਜ ਗੁਰੂ ਸਾਹਿਬ ਨੂੰ ਦੇ ਕੇ ਜਿਹੜਾ ਉਹ ਮਾਫੀ ਮੰਗ ਲਵਾਂ, ਗੁਰੂ ਸਾਹਿਬ ਮੈਨੂੰ ਮਾਫ ਕਰ ਦੇਣਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੰਦੇ ਦਾ ਹੀ ਸੁਭਾਅ ਬੜਾ ਸਖਤ ਹੈ, ਬੜਾ ਰੁੱਖਾ ਬੋਲਣ ਵਾਲਾ ਜੀ। ਗੁਰੂ ਸਾਹਿਬ ਦੇ ਕੋਲੋਂ ਬੰਦਾ ਹੱਥ ਜੋੜ ਕੇ ਦਾਤ ਮੰਗੇ, ਮਾਫੀ ਮੰਗੇ, ਮਹਾਰਾਜ ਤਤਕਾਲ ਦੇ ਦਿੰਦੇ ਜੀ। ਹਾਂਜੀ, ਮਹਾਰਾਜ ਬੜੇ ਹੀ ਚਾਂਸ ਬੰਦੇ ਨੂੰ ਦਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਥੋੜਾ ਜਿਹਾ ਗੱਜ ਕੇ ਵਾਹਿਗੁਰੂ। ਹਾਂ, ਗੁਰੂ ਸਾਹਿਬ ਬੰਦੇ ਨੂੰ ਬੜੇ ਚਾਂਸ ਦਿੰਦੇ ਜੀ। ਇਹ ਹੁਣ ਸੁਧਰ ਜੇ, ਇਹ ਹੁਣ ਸੁਧਰ ਜੇ, ਇਹ ਹੁਣ ਸੁਧਰ ਜੇ। ਪਰ ਬੰਦਾ ਨਾ ਜੀ ਸੁਧਰਦਾ ਹੀ ਨਹੀਂ ਹੈਗਾ ਜੀ। ਬੜੇ ਚਾਂਸ ਦਿੰਦੇ ਜੀ ਮਹਾਰਾਜ। ਹਾਂਜੀ, ਜੇ ਤੇ ਸੁਧਰ ਜੇ ਫਿਰ ਸੱਚੇ ਪਾਤਸ਼ਾਹ ਉਹਨੂੰ ਰੱਖ ਲੈਂਦੇ ਜੀ, ਮਾਫ ਕਰ ਦਿੰਦੇ, ਬਖਸ਼ਿਸ਼ਾਂ ਕਰ ਦਿੰਦੇ ਜੀ। ਪੈਂਦੇ ਖਾਂ ਸੋਚਣ ਦਿਆ ਵੀ ਇਹ ਮੈਂ ਬਾਜ ਗੁਰੂ ਸਾਹਿਬ ਕੋਲ ਲੈ ਜਾ ਤੇ ਗੁਰੂ ਸਾਹਿਬ ਮੈਨੂੰ ਬਖਸ਼ ਲੈਣਗੇ, ਮੈਨੂੰ ਮਾਫ ਕਰ ਦੇਣਗੇ। ਸੰਗਤ ਜੀ ਇਹ ਸਾਖੀ ਪੜ੍ਹ ਕੇ ਡਰ ਹੀ ਲੱਗਦਾ ਜੀ। ਪਤਾ ਕਿਉਂ ਜੀ? ਬਹੁਤ ਵੱਡਾ ਸਿਆਣਾ ਬੰਦਾ ਹੋਵੇ, ਬੜਾ ਨਿਕਟ ਰਹਿਣ ਵਾਲਾ ਹੋਵੇ, ਭੁੱਲਣ ਦਾ ਖਤਰਾ ਹਰ ਵਕਤ ਬੰਦੇ ਨੂੰ ਬਣਿਆ ਹੀ ਰਹਿੰਦਾ ਜੀ। ਕਿਸੇ ਵੇਲੇ ਵੀ ਕਿਸੇ ਵੀ ਬੰਦੇ ਕੋਲੋਂ ਭੁੱਲ ਹੋ ਸਕਦੀ ਹੈ। ਮਾਣ ਕਿਸੇ ਚੀਜ਼ ਦਾ ਨਹੀਂ ਹੈਗਾ ਜੀ। ਇਹ ਸਰੀਰ ਮਿੱਟੀ ਦੀ ਢੇਰੀ ਹੈ ਜੀ, ਇਹਦੇ ਵਿੱਚ
ਬੈਠਾ ਜੀ ਪੰਛੀ ਜੀ। ਹਾਂਜੀ, ਉਹ ਪੰਛੀ ਕਿਸੇ ਵੇਲੇ ਵੀ ਝੂਠ ਮਰਵਾ ਸਕਦਾ ਬੰਦੇ ਕੋਲੋਂ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਸਦਾ ਹੀ ਅਰਦਾਸ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਚੰਗੇ ਆ ਮੰਦੇ ਆ ਤੁਹਾਡੇ ਹੀ ਆ ਸੱਚੇ ਪਾਤਸ਼ਾਹ। ਮਹਾਰਾਜ ਜੈਸੇ ਵੀ ਆ ਤੁਹਾਡੇ ਆ, ਸਾਡੇ ਕੋਲੋਂ ਬੜੀਆਂ ਹੀ ਭੁੱਲਾਂ ਹੁੰਦੀਆਂ ਨੇ। ਸੱਚੇ ਪਾਤਸ਼ਾਹ ਤੁਸੀਂ ਬਖਸ਼ ਲਿਓ, ਤੁਸੀਂ ਮਿਹਰ ਕਰ ਲਿਓ। ਭੁੱਲਣ ਦਾ ਖਤਰਾ ਵੱਡੇ ਤੋਂ ਵੱਡੇ ਬੰਦੇ ਨੂੰ ਬਣਿਆ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬਾਬਾ ਜੀ ਦੇ ਬਾਰੇ, ਵਾਹਿਗੁਰੂ ਭਾਈ ਗੁਰਦਾਸ ਜੀ ਦੇ ਬਾਰੇ ਤੁਸੀਂ ਸੁਣਿਆ। ਬਸ ਨਿੱਕਾ ਜਿਹਾ ਫੁਰਨਾ ਹੀ ਆਇਆ ਵੀ ਸਿੱਖ ਦਾ ਸਿਦਕ ਪੱਕਾ ਹੋਣਾ ਚਾਹੀਦਾ ਜੀ। ਇੰਨੀ ਕੁ ਗੱਲ ਹੀ ਆ ਗਈ ਜੀ, ਉਹਨੇ ਬੜੀ ਦੂਰ ਲੈ ਗਏ ਜੀ। ਉਹ ਕਈ ਕੁਝ ਕਰਨਾ ਪਿਆ ਭਾਈ ਗੁਰਦਾਸ ਜੀ ਨੂੰ, ਪ੍ਰੀਖਿਆਵਾਂ ਵਿੱਚੋਂ ਲੰਘਣਾ ਪਿਆ। ਫਿਰ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਜੀ। ਹਾਂਜੀ, ਬਹੁਤ ਸਾਰੇ ਵੱਡੇ ਵੱਡੇ ਝਗੜੇ ਤੇ ਬੜੀਆਂ ਵੱਡੀਆਂ ਜੰਗਾਂ ਲੜਾਈਆਂ ਇਸ ਗੱਲ ਤੋਂ ਰੁਕ ਜਾਂਦੀਆਂ ਜਦੋਂ ਬੰਦਾ ਕਹਿ ਦਿੰਦਾ ਮੇਰੇ ਕੋਲੋਂ ਭੁੱਲ ਹੋ ਗਈ ਜੀ। ਹਾਂਜੀ, ਘਰ ਵਿੱਚ ਹੀ ਹੋਵੇ ਝਗੜਾ ਤੇ ਬੰਦਾ ਹੱਥ ਜੋੜ ਕੇ ਕਹਿ ਦੇ ਮੇਰੇ ਕੋਲੋਂ ਭੁੱਲ ਹੋ ਗਈ, ਅੱਗੋਂ ਕਈ ਵਾਰੀ ਮਸਲਾ ਹੀ ਬੰਦ ਹੋ ਜਾਂਦਾ ਸਾਰਾ ਜੀ। ਹਾਂਜੀ, ਸਿਆਣਾ ਬੰਦਾ ਤੇ ਕਹਿ ਦਿੰਦਾ ਵੀ ਕਲੇਸ਼ ਵਿੱਚ ਸੁੱਖ ਨਹੀਂ ਹੈਗਾ। ਹਾਂਜੀ, ਹੁਣ ਸੁਣੋ, ਪੈਂਦੇ ਖਾਂ ਸੋਚਣ ਦਿਆ ਵੀ ਮੈਂ ਗੁਰੂ ਸਾਹਿਬ ਨੂੰ ਕਹਿ ਦਿਆਂ ਮੇਰੇ ਕੋਲੋਂ ਭੁੱਲ ਹੋ ਗਈ ਜੀ ਤੇ ਮੈਨੂੰ ਤੁਸੀਂ ਬਖਸ਼ ਲਓ। ਆਪਾਂ ਸਦਾ ਹੀ ਇਹ ਅਰਦਾਸ ਕਰਨੀ, ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਬੰਦਾ ਤਿਲਕ ਜੇ ਜੀ। ਪਤਾ ਹੈ ਹੀ ਕੋਈ ਨਹੀਂ ਬੰਦਾ ਕਿਹੜੇ ਵੇਲੇ ਭੁੱਲ ਜੇ, ਕਿਹੜੇ ਵੇਲੇ ਗਲਤ ਕੰਮ ਹੋ ਜੇ। ਇਸ ਕਰਕੇ ਬੰਦਾ ਸਦਾ ਹੀ ਮਾਫੀ ਮੰਗਦਾ ਰਹੇ। ਮਹਾਰਾਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੋਂ ਭੁੱਲ ਹੋ ਗਈ, ਸਾਨੂੰ ਮਾਫ ਕਰ ਲਓ ਜੀ। ਜੋੜੋ ਹੱਥ ਤੇ ਮਹਾਰਾਜ ਨੂੰ ਕਾਖੀਏ ਸੱਚੇ ਪਾਤਸ਼ਾਹ ਅਸੀਂ ਬੜੀਆਂ ਹੀ ਭੁੱਲਾਂ ਕਰਦੇ ਹਾਂ, ਬੜੀਆਂ ਹੀ ਭੁੱਲਾਂ ਕਰਦੇ ਹਾਂ। ਇੱਕ ਦਿਹਾੜੀ 'ਚ ਹੀ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕਰਦੇ ਹਾਂ। ਜੋ ਬੋਲਦੇ, ਜੋ ਸੁਣਦੇ ਤੇ ਜੋ ਵੇਖਦੇ ਹਾਂ, ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਹੁੰਦੀਆਂ ਰਹਿੰਦੀਆਂ। ਹੇ ਸੱਚੇ ਪਾਤਸ਼ਾਹ ਸਾਨੂੰ ਮਾਫ ਕਰ ਲਓ ਮਹਾਰਾਜ, ਤੁਹਾਡੇ ਹੀ ਆ, ਤੁਸੀਂ ਦਇਆ ਬਣਾ ਕੇ ਰੱਖੋ, ਮਿਹਰ ਬਣਾ ਕੇ ਰੱਖੋ। ਹੁਣ ਅੱਗੋਂ ਪ੍ਰਸੰਗ ਸੁਣੀਏ। ਉਹ ਕੀ ਕਹਿ ਰਿਹਾ ਜੀ ਉਹਦਾ ਜਵਾਈ ਜੀ। ਕਈ ਵਾਰੀ ਬੰਦਾ ਚੰਗੇ ਪਾਸੇ ਜਾਣ ਦਿੰਦਾ, ਜਿਹੜੇ ਘਰ ਦੇ ਨੇ ਨਾ ਜੀ ਇਹ ਬੰਦੇ ਦੀ ਖੈਰ ਨਹੀਂ ਜਾਣ ਦਿੰਦੇ। ਅੱਜ ਕੇ ਆਖੋ ਵਾਹਿਗੁਰੂ। ਇਹ ਉਹਨੂੰ ਚੰਗੇ ਪਾਸੇ ਨਹੀਂ ਜਾਣ ਦਿੰਦੇ ਜੀ। ਬੜੀ ਵਾਰ ਐਸਾ ਹੋ ਜਾਂਦਾ ਜੀ। ਮਾਈ ਬਾਪ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਹੈ ਤੇ ਰੱਬ ਦੇ ਹੀ ਕੀਤੇ ਨੇ ਜੀ, ਪਰ ਪਿਛਲੇ ਕਰਮਾਂ ਦੇ ਅਨੁਸਾਰ ਜਿਹੜੇ ਜਿਹੜੇ ਕਰਮ ਜੁੜਦੇ ਉਹ ਇੱਕ ਦੂਜੇ ਦਾ ਰਿਸ਼ਤੇਦਾਰ ਬਣ ਜਾਂਦਾ ਜੀ। ਕੋਈ ਕਿਸੇ ਦਾ ਪੁੱਤ ਹੈ ਤੇ ਕੋਈ ਕਿਸੇ ਦੀ ਮਾਂ, ਕੋਈ ਕਿਸੇ ਦੀ ਧੀ, ਕੋਈ ਕਿਸੇ ਦਾ ਜਵਾਈ। ਇਹ ਪਿਛਲੇ ਜਨਮਾਂ ਦੇ ਕਰਮ ਜੁੜੇ ਜੀ ਸਾਰੇ। ਤਾਂ ਹੁਣ ਬੰਦਾ ਇਹ ਇਸ ਸਮੇਂ ਮਿਲਿਆ ਹੋਇਆ ਜੀ। ਹਾਂਜੀ, ਹੁਣ ਸੁਣੋ, ਦੁਸ਼ਟ ਟਕਰਿਆ ਜੀ ਉਹਨੂੰ ਬੜਾ ਜੀ, ਪੈਂਦੇ ਖਾਂ ਨੂੰ। ਪੈਂਦੇ ਖਾਂ ਤੇ ਚੰਗੇ ਪਾਸੇ ਜਾਣਾ ਚਾਹੁੰਦਾ ਜੀ, ਪਰ ਪੈਂਦੇ ਖਾਂ ਦਾ ਜਿਹੜਾ ਅੱਗੋਂ ਉਹਦੀ ਧੀ ਦਾ ਘਰ ਵਾਲਾ ਨਾ ਜੀ, ਉਹ ਉਹਦੀ ਜਾਣ ਨਹੀਂ ਦੇ ਰਿਹਾ, ਪੇਸ਼ ਨਹੀਂ ਜਾਣ ਦੇ ਰਿਹਾ। ਸੁਣੋ ਇਤਿਹਾਸ ਗੁਰੂ ਜੀ ਦਾ ਤੇ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਛੋਟੇ ਮੀਰ ਵਿੱਚ ਗੁਰੂ ਜੀ ਨੇ ਆਪ ਘਰ ਬਣਾ ਕੇ ਦਿੱਤਾ ਸੀ ਪੈਂਦੇ ਖਾਂ ਨੂੰ ਜੀ। ਉਸ ਘਰ ਵਿੱਚ ਬੈਠਾ ਜੀ। ਪੈਂਦੇ ਖਾਂ ਸੋਚਣ ਦਿਆ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਸਾਨੂੰ ਮਾਫ ਕਰ ਦੇਣ ਜੀ। ਉਹ ਸਾਹਮਣੇ ਜਵਾਈ ਬੈਠਾ ਜੀ, ਸਾਹਮਣੇ ਉਹਦੀ ਪੈਂਦੇ ਖਾਂ ਦੀ ਆਪਣੀ ਘਰ ਵਾਲੀ ਬੈਠੀ ਹੈ ਤੇ ਸਾਹਮਣੇ ਪੈਂਦੇ ਖਾਂ ਤਰਲੇ ਲੈਣ ਦਿਆ ਵੀ ਚੱਲ ਵਸਤੂਆਂ ਰੱਖ ਲੀਆਂ, ਮੈਨੂੰ ਬਾਜ ਹੀ ਦੇ ਦੇ, ਤੂੰ ਬਾਜ ਦੇ ਦੇ, ਮੈਂ ਗੁਰੂ ਜੀ ਨੂੰ ਦੇ ਆਵਾਂ, ਮੈਂ ਬਖਸ਼ਿਆ ਜਾਵਾਂਗਾ ਜੀ। ਹਾਂਜੀ, ਪਰ ਉਹ ਜਿਹੜੇ ਬੰਧਨ ਨੇ ਨਾ ਜੀ, ਇਹ ਬੜੇ ਬੰਦੇ ਨੂੰ ਜਕੜ ਕੇ ਰੱਖਦੇ ਨੇ। ਅੱਗੋਂ ਇਤਿਹਾਸ ਸੁਣੋ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਗੁਰ ਕੋ ਸੁਧ ਹੋਏ ਬਾਜ ਕੀ, ਪਠੈ ਸੈਨ ਮੋ ਕਰਹੁ ਜੰਗ। ਪੈਂਦੇ ਖਾਂ ਆਪਣੇ ਜਵਾਈ ਨੂੰ ਕਹਿੰਦਾ ਵੀ ਮੈਨੂੰ ਬਾਜ ਦੇ ਦੇ, ਮੈਂ ਗੁਰੂ ਜੀ ਨੂੰ ਦੇ ਆਵਾਂ। ਪਤਾ ਲੱਗ ਜਾਣਾ ਗੁਰੂ ਜੀ ਨੂੰ, ਗੁਰੂ ਜੀ ਅੰਤਰਜਾਮੀ ਨੇ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ। ਤੇ ਅੱਗੋਂ ਜਵਾਈ ਕਹਿੰਦਾ ਵੀ ਖਾਨ ਤੂੰ ਬੁੱਢਾ ਹੋ ਗਿਆ, ਤੇਰੀ ਮੱਤ ਖਰਾਬ ਹੋ ਗਈ ਐ, ਬਾਜ ਨਹੀਂ ਮੈਂ ਹੁਣ ਦੇਣਾ।
ਕਿਸੇ ਕੀਮਤ ਤੇ ਵੀ ਨਹੀਂ ਦੇਣਾ। ਹਾਂਜੀ, ਤੇ ਅੱਗੋਂ ਫਿਰ ਉਹਦੇ ਜਵਾਈ ਨੇ ਜਿਹੜੀ ਗੱਲ ਕੀਤੀ ਨਾ ਜੀ, ਉਹ ਬੜਾ ਦੁਖੀ ਕਰਨ ਵਾਲੀ ਹੈ ਜੀ। ਉਹਨੇ ਪਤਾ ਕੀ ਆਖਿਆ? ਕਹਿਣ ਲੱਗਾ ਜੇ ਗੁਰੂ ਨੂੰ ਇੰਨਾ ਹੀ ਬਾਜ ਲੈਣ ਦਾ ਚਾਅ ਤੇ ਫਿਰ ਮੇਰੇ ਨਾਲ ਜੰਗ ਕਰੇ। ਕਹਿਣ ਲੱਗਾ, ਗੱਜ ਕੇ ਆਖੋ ਵਾਹਿਗੁਰੂ। ਬੰਦਾ ਪੁੱਛੇ ਵੀ ਤੂੰ ਚੀਜ਼ ਹੀ ਕੀ ਹੈਗਾ ਗੁਰੂ ਸਾਹਿਬ ਅੱਗੇ ਜੀ? ਉਹ ਐਡੇ ਵੱਡੇ ਖੰਡਾਂ ਵਰਪੰਡਾਂ ਦੇ ਮਾਲਕ ਤੇ ਤੂੰ ਨਿੱਕਾ ਜਿਹਾ ਹਾਂਜੀ ਮੱਛਰ, ਤੂੰ ਗੁਰੂ ਸਾਹਿਬ ਅੱਗੇ ਕੀ ਹੈਗਾ? ਪਰ ਨਾ ਜੀ ਹਉਮੈ ਤੇ ਮੱਛਰ ਦੀ ਵੀ ਬੜੀ ਮਾੜੀ ਹੈਗੀ ਜੀ। ਹਾਂਜੀ, ਮੱਛਰ ਵੀ ਹੰਕਾਰ ਕਰੇ ਤੇ ਉਹ ਵੀ ਫਸ ਜਾਂਦਾ ਜੀ। ਹਾਂਜੀ, ਹੁਣ ਉਹ ਕਹਿਣ ਲੱਗ ਪਿਆ, ਕਹਿਣ ਲੱਗਾ ਸੁਣ ਲਾ, ਜੇ ਗੁਰੂ ਸਾਹਿਬ ਨੂੰ ਬਾਜ ਚਾਹੀਦਾ ਤੇ ਮੇਰੇ ਨਾਲ ਜੰਗ ਕਰਨ। ਕਹਿਣ ਲੱਗਾ ਹਾਂਜੀ, ਜੇ ਬਲ ਅਧਿਕ ਮੋਹਿ ਪਰ ਘਲ ਹੈ, ਜਾਏ ਮਿਲੋ ਹਜ਼ਰਤ ਕੇ ਸੰਗ। ਜੇ ਮੇਰੇ ਤੇ ਬਹੁਤਾ ਹੀ ਬਲ ਵਿਖਾਉਣਗੇ ਮੈਂ ਸ਼ਾਹਜਹਾਨ ਨੂੰ ਜਾ ਕੇ ਦੱਸਾਂਗਾ। ਹਾਂਜੀ, ਪ੍ਰਥਮ ਚੁਰਾਇਓ ਬਾਜ਼ ਸ਼ਾਹ ਕੋ, ਇਸ ਤੇ ਭਲੋ ਸੇਤ ਤਨ ਰੰਗ। ਇੱਕ ਪਹਿਲਾਂ ਵੀ ਬਾਜ ਉਹਨਾਂ ਦੇ ਕੋਲ ਹੈਗਾ। ਕਹਿਣ ਲੱਗਾ ਤੇ ਹੁਣ ਤੇ ਚਿੱਟੇ ਰੰਗ ਦਾ ਬਾਜ ਹੈ। ਜਦੋਂ ਮੈਂ ਜਾ ਕੇ ਆਪਣੇ ਬਾਦਸ਼ਾਹ ਨੂੰ ਦੱਸਣਾ, ਉਹਨੇ ਤੇ ਖੁਸ਼ ਹੀ ਬੜਾ ਹੋਣਾ ਜੀ। ਹਾਂਜੀ, ਬੰਦੇ ਨੂੰ ਬੜਾ ਭੁਲੇਖਾ ਹੈਗਾ ਜੀ, ਰੱਬ ਸਰੀਰ ਧਾਰਨ ਕਰਕੇ ਆ ਜੇ ਬੰਦਾ ਪਛਾਣ ਹੀ ਨਹੀਂ ਸਕਦਾ ਜੀ ਰੱਬ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਦੇ ਜਵਾਈ ਦੀ ਵੇਖੋ ਕੈਸੀ ਦਸ਼ਾ ਬਣ ਗਈ ਜੀ। ਹਾਂਜੀ, ਅਨਵਰ ਖਾਨ ਦੀ। ਅਨਵਰ ਖਾਨ ਕਹਿਣ ਲੱਗਾ ਸੁਣ ਲਾ, ਮੇਰੀ ਗੱਲ ਸੁਣ ਲਾ, ਮੈਂ ਗੁਰੂ ਜੀ ਨਾਲ ਜੰਗ ਕਰਾਂਗਾ। ਜੇ ਮੈਂ ਹਾਰ ਗਿਆ ਤੇ ਸ਼ਾਹਜਹਾਨ ਨੂੰ ਸੱਦਾਂਗਾ। ਕਹਿਣ ਲੱਗਾ ਹਾਂਜੀ, ਸੋ ਪਲਟੋ ਮੈਂ ਦੇਉ ਜਾਏ ਕਰ, ਹੋਏ ਪ੍ਰਸੰਨ ਮੋਪਰ ਸਰਬੰਗ। ਇਹ ਬਾਜ ਤੇ ਮੈਂ ਸ਼ਾਹਜਹਾਨ ਨੂੰ ਜਾ ਕੇ ਦੇਣਾ। ਸ਼ਾਹਜਹਾਨ ਮੇਰੇ ਤੇ ਬੜਾ ਖੁਸ਼ ਹੋਏਗਾ। ਹਾਂਜੀ, ਤੁਮ ਸਮ ਨਹੀਂ ਦੀਨਤਾ ਕਰਹੁ, ਐਂਠਦਾਰ ਮੈਂ ਪੂਤ ਪਠਾਨ। ਕਹਿਣ ਲੱਗਾ ਤੂੰ ਦੀਨਤਾ ਕਰਦਾ, ਤੂੰ ਉਹਨਾਂ ਅੱਗੇ ਨਮਾਣਾ ਬਣਿਆ, ਮੈਂ ਪਠਾਨ ਦਾ ਪੁੱਤ ਬੜੇ ਮਾਣ ਵਾਲਾ ਹੈਗਾ। ਕਹਿਣ ਲੱਗਾ, ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਸਵੈ ਮਾਣ ਵੀ ਰੱਖਣਾ ਜੀ ਕਈ ਥਾਵਾਂ ਤੇ, ਪਰ ਗੁਰੂ ਸਾਹਿਬ ਅੱਗੇ ਸਦਾ ਦੀਨਤਾ ਹੀ ਰੱਖਣੀ ਹੈ ਜੀ। ਗੁਰੂ ਸਾਹਿਬ ਅੱਗੇ ਸਦਾ ਹੀ ਹੱਥ ਜੋੜਦੇ ਜੀ। ਇੱਥੇ ਸਦਾ ਹੀ ਨੀਵੇਂ ਰਹਿਣਾ, ਗੁਰੂ ਜੀ ਦੇ ਪਿਆਰਿਆਂ ਅੱਗੇ ਵੀ ਸਦਾ ਨੀਵੇਂ ਰਹਿਣਾ ਜੀ। ਜੋੜੋ ਹੱਥ, ਝੁਕਾਓ ਸਿਰ ਤੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਤੇ ਸਦਾ ਹੀ ਨੀਵੇਂ ਰਹਿਣਾ ਜੀ, ਸਦਾ ਦੀਨਤਾ ਹੀ ਰੱਖਣੀ ਹੈ ਜੀ। ਹਾਂਜੀ, ਉਹ ਆਪਣੇ ਸਹੁਰੇ ਨੂੰ ਕਹਿਣ ਲੱਗਾ ਸੁਣ ਲਾ, ਤੂੰ ਦੀਨਤਾ ਰੱਖਦਾ ਹੋਏਗਾ, ਮੈਂ ਤੇ ਅਣਖੀ ਪਠਾਨ ਦਾ ਪੋਤਾ। ਕਹਿਣ ਲੱਗਾ ਹਾਂਜੀ, ਰਣ ਕਰ ਮਰਹਿ ਸਹੁ ਸਭ ਤਨ ਪਰ, ਦੇਨੋ ਬਾਜ਼ਨ ਕਬਹੂ ਮਾਨ। ਵੇਖ ਲੋ ਵਸਤੂ ਦਾ ਕਿੰਨਾ ਮੋਹੀ। ਗੁਰੂ ਸਾਹਿਬ ਨੇ ਜੰਗ ਦੀ ਗੱਲ ਵੀ ਕੋਈ ਨਹੀਂ ਕੀਤੀ ਜੀ, ਪਰ ਅਨਵਰ ਖਾਂ ਆਪਣੇ ਵੱਲੋਂ ਹੀ ਗੱਲਾਂ ਕਰਨ ਲੱਗ ਪਿਆ। ਕਹਿਣ ਲੱਗਾ ਜਾਂ ਤਾਂ ਹੁਣ ਬਾਜ ਮੇਰੇ ਕੋਲੋਂ ਲੈ ਕੇ ਵਿਖਾ ਤੇ ਜਾਂ ਮੈਂ ਜੰਗ 'ਚ ਮਰਾਂਗਾ। ਕਹਿਣ ਲੱਗਾ ਜੰਗ 'ਚ ਹੀ ਮਰਾਂਗਾ, ਇੱਥੇ ਮੈਂ ਹੁਣ ਬਾਜ ਤੇ ਦੇਣਾ ਹੀ ਨਹੀਂ ਕਿਸੇ ਸ਼ਰਤ ਤੇ। ਹਾਂਜੀ, ਵਸਤ ਅਜਾਇਬ ਪਾਏ ਅਚਾਨਕ, ਦਈ ਖੁਦਾਏ ਹਿਰਦੇ ਇਮ ਜਾਨ। ਇਹ ਤੇ ਮੈਨੂੰ ਖੁਦਾ ਨੇ ਦਿੱਤੀ ਹੈ। ਕਹਿਣ ਲੱਗਾ ਅਜੀਬ ਵਸਤੂ ਏਡੀ ਸੋਹਣੀ। ਗੁਰਮੁਖੋ ਬੰਦੇ ਦਾ ਭੁਲੇਖਾ ਜੀ, ਕਿਸੇ ਦੇ ਹੱਕ ਮਾਰ ਕੇ ਕਹਿੰਦਾ ਮੈਨੂੰ ਰੱਬ ਨੇ ਹੱਕ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦਾ ਹੱਕ ਮਾਰ ਲੈ ਜੀ ਬੰਦਾ ਤੇ ਉਤੋਂ ਆਖੇ ਮੈਨੂੰ ਰੱਬ ਨੇ ਦਿੱਤਾ, ਔਰ ਤੋਂ ਵੱਧ ਤੇ ਮੂਰਖ ਹੀ ਨਹੀਂ ਹੈਗਾ ਜੀ ਫਿਰ ਜੀ। ਤੇ ਜੇ ਰੱਬ ਨੇ ਦਿੱਤਾ ਤੇ ਰੱਬ ਲੈ ਵੀ ਸਕਦਾ ਜੀ ਫਿਰ ਜੀ। ਹਾਂਜੀ, ਤੇ ਜਦੋਂ ਉਹਦੀ ਡਾਂਗ ਪੈਂਦੀ ਹੈ ਨਾ ਜੀ, ਡਾਂਗ ਪੈਂਦੀ ਬਹੁਤ ਜ਼ੋਰ ਦੀ ਆ ਤੇ ਆਵਾਜ਼ ਨਹੀਂ ਆਉਂਦੀ ਜੀ। ਸੁਣੋ ਹੁਣ, ਅਨਵਰ ਖਾਂ ਕਹਿਣ ਲੱਗਾ ਮੈਨੂੰ ਤੇ ਖੁਦਾ ਨੇ ਦਿੱਤਾ ਇਹ ਬਾਜ। ਹਾਂਜੀ, ਕੌਣ ਮਰਦ ਅਦ ਗੀਦੀ ਕਾਰਜ ਕਰ ਹੈ, ਧਰ ਜੋ ਕੁਲ ਕੀ ਕਾਨ। ਕਹਿਣ ਲੱਗਾ ਮੈਂ ਤੇ ਮਰਦ ਹੈਗਾ। ਕਹਿਣ ਲੱਗਾ ਮਰਦ ਮੈਂ ਨਹੀਂ ਬਿਲਕੁਲ ਵੀ ਵੇਖਣਾ, ਮੈਂ ਕਿਉਂ ਗਿੱਦੜਾਂ ਵਾਂਗੂ ਗੁਰੂ ਸਾਹਿਬ ਅੱਗੇ ਜਾਵਾਂ। ਹਾਂਜੀ, ਸੁਨ ਪੈਂਦਾ ਬਹੁਤ ਦੁਖੀ ਹੋਏ ਮਨ, ਚਿੰਤਾ ਬਸ ਨੇ ਕਰੇ ਬਖਾਨ। ਪੈਂਦਾ ਅੱਖਾਂ ਸੁਣ ਕੇ ਬੜਾ ਹੀ ਦੁਖੀ ਹੋਇਆ, ਬੜਾ ਚਿੰਤਤ ਹੋ ਗਿਆ। ਹੁਣ ਵਸ ਕੋਈ ਨਹੀਂ ਚੱਲਦਾ ਜੀ। ਬਾਰ-ਬਾਰ ਇਹੋ ਹੀ ਗੱਲਾਂ ਸੋਚਣ ਦਿਆ, ਕਿਹੜੀ ਘੜੀ ਨੂੰ ਮੈਂ ਗਲਤ ਫੁਰਨਾ ਆਪਣੇ ਅੰਦਰ ਬਣਾਇਆ ਜੀ। ਹਾਂਜੀ, ਬਸ ਨਾ ਬਸਾਏ ਮਹਾ ਪਛਤਾਵੈ, ਭਲੋ ਲਖੈ ਉਤਪਾਤ ਮਹਾਨ। ਤੇ ਗੁਰਮੁਖੋ ਕੋਈ ਵਸ ਨਹੀਂ ਚੱਲਦਾ। ਉਹਨੂੰ ਆਉਣ ਵਾਲਾ ਸਮਾਂ ਵੇਖਣ ਦਿਆ ਵੀ ਹੁਣ ਸਮਾਂ ਬੜੇ ਵੱਡੇ ਉਤਪਾਤ ਦਾ ਆਉਣਾ। ਸਮਾਂ ਆਏਗਾ ਮੈਂ ਗੁਰੂ ਜੀ ਦੇ ਚਰਨਾਂ ਤੋਂ ਦੂਰ ਹੋ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਡਰਦੇ ਰਹਿਣਾ ਚਾਹੀਦਾ। ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਦੂਰੀ ਨਾ ਬਣੇ ਤੁਹਾਡੇ ਚਰਨਾਂ ਤੋਂ। ਬੜੇ ਦੁੱਖ ਨੇ ਅੱਗੇ ਜੀ।
ਹਾਂਜੀ ਸਾਧ ਸੰਗਤ ਜੀ ਪੈਂਦੇ ਖਾਂ ਬੜਾ ਹੀ ਚਿੰਤਤ ਹੁੰਦੇ ਆ ਜੀ। ਹਾਂਜੀ ਮੀਰ ਸ਼ਿਕਾਰ ਇਤਨ ਮਹਿ ਪਹੁੰਚੇ ਖੋਜਤ ਬਾਜ ਉਤਾਇਲ ਠਾਨ। ਉਧਰੋਂ ਬਾਜ ਲੱਭਣ ਲਈ ਮੀਰ ਸ਼ਿਕਾਰ ਆਇਆ, ਵੱਡਾ ਮੁਖੀ ਬੰਦਾ ਆਇਆ ਜੀ। ਉਹ ਬਾਜ ਲੱਭਣ ਦਿਆ ਜੀ, ਇੱਧਰ ਉੱਧਰ ਵੀ ਬਾਜ ਕਿੱਥੇ ਗਿਆ ਸਾਡਾ। ਹਾਂਜੀ ਬਾਗ ਬਿਖੈ ਫਿਰ ਸਭ ਹੀ ਦਿਸ਼ ਪਿਖ ਕਰ ਨਹਿ ਪ੍ਰਾਪਤ ਮਨ ਭਏ ਨਿਹਾਲ। ਉਹਨੇ ਆ ਕੇ ਉਸ ਬਾਗ ਵਿੱਚ ਵੀ ਵੇਖਿਆ ਜਿੱਥੇ ਬਾਜ ਗਿਆ ਸੀਗਾ, ਤੇ ਬਾਜ ਜਿਹੜਾ ਸੀ ਉਹ ਬਾਗ ਵਿੱਚ ਵੀ ਨਹੀਂ ਵਿਖਿਆ। ਸ਼ਿਕਾਰੀ ਬੜੇ ਦੁਖੀ ਹੋਏ ਵੀ ਸਾਡਾ ਬਾਜ ਚਿੱਟੇ ਰੰਗ ਦਾ ਕਿੱਥੇ ਗਿਆ। ਗੁਰੂ ਸਾਹਿਬ ਨੂੰ ਜਾ ਕੇ ਕੀ ਆਖਣਾ ਅਸੀਂ। ਹਾਂਜੀ ਪੁੰਨ ਪੈਂਦੇ ਕੇ ਗਏ ਸਦਨ ਦਰ ਕਰ ਗੁਹਾਰ ਕੋ ਲੀਨ ਬੁਲਾਏ। ਤੇ ਉਹ ਲਾਗੇ ਹੀ ਤੇ ਪਿੰਡ ਸੀਗਾ ਜੀ ਉਹਦਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਸਭ ਨੂੰ ਪਤਾ ਵੀ ਇੰਨੀ ਕੀਮਤੀ ਵਸਤੂ ਗੁਰੂ ਘਰ ਦੀ ਹੈ, ਆਮ ਬੰਦਾ ਤੇ ਹੱਥ ਨਹੀਂ ਪਾ ਸਕਦਾ। ਉਹ ਜਿਹੜੇ ਸ਼ਿਕਾਰੀ ਨਾ ਜੀ ਉਹ ਫਿਰ ਗਏ ਪੈਂਦੇ ਖਾਨ ਦੇ ਘਰ ਵਿੱਚ ਜੀ। ਹਾਂਜੀ ਨਿਕਸਤ ਵਿਹਰ ਨਾਰ ਸਿਖਰਾਵੇ ਦੇਖੋ ਕਿਨੂ ਨਾ ਦੇਹੋ ਸੁਨਾਏ। ਉਹਨਾਂ ਜਾ ਕੇ ਦਰਵਾਜ਼ਾ ਖੜਕਾਇਆ, ਪੈਂਦੇ ਖਾਂ ਬਾਹਰ ਆ। ਪੈਂਦੇ ਖਾਂ ਕਹਿੰਦਾ ਕੌਣ ਹੈ। ਉਹ ਕਹਿੰਦੇ ਅਸੀਂ ਬਾਬਾ ਗੁਰਦਿੱਤਾ ਜੀ ਦੇ ਨਾਲ ਅੱਜ ਗਏ ਸਾਂ, ਅਸੀਂ ਬਾਜ ਲੱਭਣ ਨਏ ਆ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰਮੁਖੋ ਵਾਹਿਗੁਰੂ ਕਿਰਪਾ ਕਰੇ ਇਸਤਰੀ ਤੇ ਪੁਰਸ਼ ਦੋਵਾਂ ਦੀ ਮੱਤ ਰਲਦੀ ਹੋਵੇ ਜੀ। ਹਾਂਜੀ ਨਹੀਂ ਤੇ ਬੜੇ ਬੜੇ ਸੰਕਟ ਪਵਾ ਦਿੰਦੀਆਂ ਜੀ। ਹਾਂਜੀ ਆ ਵੇਖੋ ਰਾਏਪੁਰ ਦੀ ਜਿਹੜੀ ਵਾਹਿਗੁਰੂ ਰਾਏ ਜੋਧ ਜੀ ਜਿਹੜੀ ਘਰ ਵਾਲੀ, ਉਹਨੇ ਸਿੱਖਿਆ ਹੀ ਇਹੋ ਜਿਹੀ ਦਿੱਤੀ ਵੀ ਉਹਦਾ ਪਤੀ ਮਰਨ ਵਾਸਤੇ ਤਿਆਰ ਹੋ ਗਿਆ ਜੀ। ਹਾਂਜੀ ਇੱਧਰ ਸੁਣੋ ਪੈਂਦੇ ਖਾਨ ਦੀ ਪਤਨੀ ਕਹਿਣ ਲੱਗੀ ਸੁਣਦਾ ਬਾਹਰ ਦਰਵਾਜ਼ਾ ਖੋਲਣ ਚੱਲਾਂ, ਉਹਨਾਂ ਤੈਨੂੰ ਪੁੱਛਣਾ ਹੀ ਵੀ ਬਾਜ ਕਿੱਥੇ ਹੈ, ਤੇ ਤੂੰ ਸਿੱਧੀ ਨਾ ਕਰਦੀ ਵੀ ਬਾਜ ਇੱਥੇ ਨਹੀਂ ਹੈਗਾ ਸਾਡੇ ਕੋਲ। ਗੱਜ ਕੇ ਆਖੋ ਵਾਹਿਗੁਰੂ। ਤੂੰ ਝੂਠ ਬੋਲਦੀ ਜੀ। ਹਾਂਜੀ ਉਹ ਕੀਤਾ ਹੀ ਨਾ ਜੀ ਏਦਾਂ ਇੱਕ ਨੇ। ਗੁਰੂ ਨਾਨਕ ਸਾਹਿਬ ਗਏ ਜੀ। ਹਾਂਜੀ ਤੇ ਜਾ ਕੇ ਆਵਾਜ਼ ਦਿੱਤੀ ਵੀ ਸਾਡਾ ਮਿੱਤਰ ਅੰਦਰ ਹੈ। ਕਹਿਣ ਲੱਗੀ ਜੀ ਹੈਗਾ ਹੀ ਨਹੀਂ ਇੱਥੇ। ਮਹਾਰਾਜ ਕਹਿੰਦੇ ਸੱਦੋ। ਆਏ ਜੀ ਹੈਗਾ ਹੀ ਨਹੀਂ ਜੀ। ਉਹ ਮੂਲੇ ਬਾਰੇ, ਮੂਲੇ ਦਾ ਪ੍ਰਸੰਗ ਹੈ। ਮਹਾਰਾਜ ਹੈਗਾ ਹੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਜੇ ਨਹੀਂ ਹੈਗਾ ਤੇ ਨਾ ਹੀ ਹੋਏ। ਕਹਿਣ ਲੱਗੇ ਹੈ ਹੀ ਨਹੀਂ ਕਹਿਣ ਲੱਗੇ। ਤੇ ਪਾਥੀਆਂ ਵਾਲੇ ਕਮਰੇ 'ਚ ਵਾੜਿਆ ਸੀ ਤੇ ਉੱਥੋਂ ਸੱਪ ਡੰਗ ਗਿਆ ਜੀ ਉਹਨੂੰ ਜੀ। ਹਾਂਜੀ ਇਹ ਬੜਾ ਦੂਰ ਪਾ ਦਿੰਦੀਆਂ ਬੰਦੇ ਨੂੰ ਜੀ। ਮੱਤ ਵਧੀਆ ਹੋਵੇ ਤੇ ਗੱਲ ਹੀ ਕੋਈ ਨਹੀਂ ਜੀ ਹੈਗੀ ਜੀ। ਕਹਿਣ ਲੱਗੀ ਸੁਣ ਲਾ, ਆਖਦੀ ਉਹਨਾਂ ਨੂੰ ਵੀ ਬਾਜ ਸਾਡੇ ਕੋਲ ਨਹੀਂ ਹੈਗਾ, ਝੂਠ ਬੋਲਦੀ। ਹਾਂਜੀ ਚਾਹੇ ਦਮਾਦ ਜੀਨ ਕੋ ਜੇ ਚਿਤ ਮੁਕਰ ਜਾਹੋ ਕਹੋ ਇਨਹੂ ਨਾ ਆਏ। ਤੈਨੂੰ ਆਪਣੇ ਜਵਾਈ ਭਾਈ ਦਾ ਨਹੀਂ ਪਤਾ। ਉਹਨੇ ਆਖਿਆ ਵਾ ਵੀ ਉਹ ਮਰ ਜਾਏਗਾ ਇੱਦਾਂ, ਨਹੀਂ ਤੇ ਆਤਮ ਹੱਤਿਆ ਕਰ ਲੇਗਾ, ਜਾਂ ਫਿਰ ਉਹਨੇ ਆਪਣੀ ਧੀ ਨੂੰ ਛੱਡ ਦੇਣਾ ਹੀ। ਤੇ ਇਹਦੇ ਤੋਂ ਚੰਗਾ ਵੀ ਤੂੰ ਇਹਨਾਂ ਨਾਲ ਝੂਠ ਬੋਲਦੇ। ਹਾਂਜੀ ਨਾਹਿਤ ਮਰਨ ਆਰੰਭ ਰਹਿਓ ਇਹ ਸੁਨ ਲੀਨਸ ਤੁਮ ਜਿਤਕ ਅਲਾਏ। ਤੇ ਸੁਣ ਲਾ, ਇਧਰੋਂ ਤੂੰ ਆਖਿਆ ਵੀ ਬਾਜ ਸਾਡੇ ਕੋਲ ਹੈ, ਇਧਰੋਂ ਤੇਰੇ ਜਵਾਈ ਭਾਈ ਨੇ ਮਰਨ ਦੀ ਤਿਆਰੀ ਕਰ ਲੈਣੀ ਓ। ਗੱਜ ਕੇ ਆਖੋ ਵਾਹਿਗੁਰੂ। ਤੇ ਤੂੰ ਉਹਦੀ ਨਾ ਜਾਨ ਬਚਾ ਦੇ ਤੇ ਤੂੰ ਇਹ ਝੂਠ ਹੀ ਬੋਲਦੇ। ਹਾਂਜੀ ਮੀਰ ਸ਼ਿਕਾਰਨ ਸੋ ਮਿਲ ਬੋਲਿਓ ਇਤ ਦਿਸ਼ ਤੋਂ ਹਮ ਲਖਿਓ ਨਾ ਕੋਏ। ਉਹਨੇ ਚਿਰ ਨੂੰ ਪੈਂਦੇ ਖਾਂ ਨੇ ਜਾ ਕੇ ਦਰਵਾਜ਼ਾ ਖੋਲਿਆ। ਉਹਨਾਂ ਨੂੰ ਪਤਾ ਸੀਗਾ ਵੀ ਬਾਜ ਪੈਂਦੇ ਖਾਂ ਦੇ ਘਰ ਹੈ ਜੀ। ਪਤਾ ਲੱਗ ਗਿਆ ਵੀ ਇੱਥੇ ਪੈਂਦੇ ਖਾਂ ਦਾ ਜਵਾਈ ਆਇਆ ਸੀਗਾ ਤੇ ਉਹ ਵਸਤੂ ਲੁਕਾ ਕੇ ਲੈ ਕੇ ਜਾ ਰਿਹਾ ਸੀ। ਪਤਾ ਲੱਗ ਗਿਆ ਸੀਗਾ ਜੀ ਉਹਨਾਂ ਨੂੰ। ਹਾਂਜੀ ਉਹਨਾਂ ਆ ਕੇ ਪੈਂਦੇ ਖਾਂ ਨੂੰ ਪੁੱਛਿਆ ਵੀ ਇੱਥੇ ਬਾਜ ਵੇਖਿਆ ਗੁਰੂ ਜੀ ਦਾ। ਹਾਂਜੀ ਕਹਿ ਕਰ ਗ੍ਰਾਮ ਸੋ ਡਿੰਡਮ ਫੇਰਾ ਗੁਰ ਕੋ ਬਾਜ਼ ਪਿਖਿਓ ਕਿਤ ਜਾਏ। ਅਸੀਂ ਪਿੰਡ ਵਿੱਚ ਢੰਡੋਰਾ ਫਿਰਾਇਆ, ਹੋਰ ਕਿਤੇ ਤੇ ਬਾਜ ਸਾਨੂੰ ਲੱਭਿਆ ਨਹੀਂ। ਹਾਂਜੀ ਪੈਂਦ ਖਾਨ ਅਬ ਤਾਹੇ ਮੰਗਾਵਤ ਨਹੀਂ ਦੁਰਾਵਨ ਕੀ ਜੈ ਸੋਏ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਗੁਰਮੁਖੋ ਪੈਂਦੇ ਖਾਂ ਨੇ ਫਿਰ ਝੂਠ ਬੋਲਿਆ ਉਹਨਾਂ ਨੂੰ। ਉਹ ਸਿਖਾ ਜੂ ਦਿੱਤਾ ਜੀ ਪਤਨੀ ਨੇ। ਪੈਂਦੇ ਖਾਂ ਉਹਨਾਂ ਨੂੰ ਵੇਖ ਕੇ ਕਹਿਣ ਲੱਗਾ ਸੁਣ ਲਓ ਬਾਜ ਮੇਰੇ ਕੋਲ ਨਹੀਂ ਹੈਗਾ। ਕਹਿਣ ਲੱਗਾ ਸਾਡੇ ਘਰ ਨਹੀਂ ਹੈਗਾ। ਤੇ ਬਾਜ ਘਰ ਵਿੱਚ ਸੀਗਾ ਜੀ। ਇਹ ਵਾਹਿਗੁਰੂ ਮਿਹਰ ਕਰੇ ਨਾ ਜੀ, ਵਾਹਿਗੁਰੂ ਮਿਹਰ ਹੀ ਕਰੇ ਤੇ ਬਚਾ ਕੇ ਰੱਖੇ। ਬੜੇ ਦੂਰ ਲੈ ਜਾਂਦੀਆਂ ਗੁਰੂ ਜੀ ਤੋਂ ਇਹ ਚੀਜ਼ਾਂ ਜੀ, ਬੜਾ ਦੂਰ ਰਹਿ ਜਾਂਦੀਆਂ। ਹੁਣ ਹੈ ਤੇ ਬਾਜ ਹੀ ਹੈ ਨਾ ਜੀ, ਪਰ ਵੇਖ ਲਓ ਕਿੰਨੀ ਦੂਰ ਲੈ ਗਿਆ। ਪੈਂਦੇ ਖਾਂ ਜਿਹੜਾ ਗੁਰੂ ਜੀ ਨੂੰ ਕਹਿੰਦਾ ਹੁੰਦਾ ਸੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਵਾਸਤੇ ਜਾਨ ਦੇਣ ਨੂੰ ਤਿਆਰ ਹਾਂ, ਉਹ ਪੈਂਦੇ ਖਾਂ ਨਿੱਕੇ ਜਿਹੇ ਬਾਜ ਕਰਕੇ ਝੂਠ ਬੋਲਣ ਦਿਆ ਜੀ। ਹਾਂਜੀ ਡਰਦੇ ਹੀ ਰਹਿਣਾ ਚਾਹੀਦਾ। ਇਹੋ ਜਿਹੀ ਸਾਖੀ ਪੜ੍ਹ ਕੇ ਬੜਾ ਹੀ ਡਰ ਲੱਗਦਾ ਜੀ ਮੈਨੂੰ। ਮੈਂ ਆਪਣੀ ਗੱਲ ਦੱਸਣ ਆ।
ਗੱਜ ਕੇ ਆਖੋ ਵਾਹਿਗੁਰੂ। ਕੋਈ ਪਤਾ ਹੀ ਨਹੀਂ ਹੈਗਾ ਵੀ ਕਿਹੜੇ ਵੇਲੇ ਬੰਦੇ ਕੋਲੋਂ ਭੁੱਲ ਹੋ ਜਾਣੀ। ਜਿੰਨਾ ਚਿਰ ਤੱਕ ਅੰਤਮ ਸਾਹ ਚੱਲ ਰਹੇ ਨੇ ਬੰਦਾ ਡਰਦਾ ਹੀ ਰਹੇ ਜੀ, ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਭੁੱਲ ਹੋ ਜਾਏਗੀ ਜੀ। ਪੈਂਦੇ ਖਾਂ ਨੇ ਆਖਿਆ ਕੋਈ ਗੱਲ ਨਹੀਂ, ਢਿੰਡੋਰਾ ਪਿਟਵਾਓ, ਮੇਰਾ ਨਾਮ ਲਓ। ਵੇਖੋ ਬਾਜ ਘਰ ਵਿੱਚ ਹੈ ਜੀ, ਤੇ ਉਹਨਾਂ ਨੂੰ ਕਹਿੰਦਾ ਮੇਰਾ ਨਾਮ ਲਓ ਵੀ ਪੈਂਦੇ ਖਾਂ ਬਾਜ ਮੰਗਦਾ, ਆਪੇ ਲੋਕ ਦੇ ਦੇਣਗੇ। ਹਾਂਜੀ। ਇਮ ਕਹੈ ਕਰ ਘਰ ਘਰ ਨਰ ਵਿਚਰੇ, ਕੌਣ ਕਹੈ ਤੂੰ ਨਿਜ ਘਰ ਜੋਏ। ਗੁਰਮੁਖੋ ਘਰ ਘਰ ਵਿੱਚ ਪਿੰਡ ਵਿੱਚ ਢਿੰਡੋਰਾ ਪਿਟਵਾਇਆ, ਬਾਜ ਹੈਗਾ ਆਖਣ ਨਹੀਂ, ਬਾਜ ਹੈਗਾ ਨਹੀਂ, ਤੇ ਬਾਜ ਪੈਂਦੇ ਖਾਂ ਦੇ ਘਰ ਵਿੱਚ ਹੈਗਾ। ਪੈਂਦੇ ਖਾਂ ਨੇ ਉਹਨਾਂ ਨੂੰ ਬਾਜ ਲੱਭਣੇ ਤੋਰਤਾ, ਆਪ ਨਹੀਂ ਦੱਸਿਆ ਵੀ ਬਾਜ ਮੇਰੇ ਘਰ ਵਿੱਚ ਹੈ, ਲੈ ਜਾਓ ਧੱਕੇ ਨਾਲ ਲੈ ਜਾਓ ਜੇ ਲੈ ਜਾ ਸਕਦੇ, ਤੇ ਦੱਸਿਆ ਹੀ ਨਹੀਂ ਜੀ ਉਹਨੇ। ਹਾਂਜੀ। ਦੋਏ ਘਰੀ ਲਗ ਕਰ ਖੁਜਵਾਵਨ, ਆਇਵ ਤਬੈ ਖਾਨ ਅਸਮਾਨ। ਹਾਂਜੀ। ਖੋਜਿਓ ਸਭ ਥਲ ਬਾਜ ਨਾ ਪਾਇਓ, ਕਰਿਓ ਨਿਹਾਰਨ ਆਨ ਜਿਥਾਨ। ਤੇ ਗੁਰਮੁਖੋ ਉਹਨਾਂ ਚਿਰ ਨੂੰ ਅਸਮਾਨ ਖਾਂ ਆ ਗਿਆ ਜੀ। ਉਹ ਕਹਿਣ ਲੱਗਾ ਬਾਜ ਲੱਭਿਆ ਤੁਹਾਨੂੰ? 2 ਘੜੀਆਂ ਹੋ ਗਿਆ ਲੱਭਦੇ ਆ। ਉਹ ਕਹਿੰਦੇ ਨਹੀਂ। ਕਹਿਣ ਲੱਗਾ ਜਾਓ, ਜੇ ਹੁੰਦਾ ਤੇ ਲੱਭਦਾ ਨਾ, ਇਹ ਦਰਬਾਰ ਹੈਗਾ ਹੀ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ। ਉਹਨੇ ਵੀ ਬੋਲਤਾ ਝੂਠ ਤੇ ਕੰਮ ਵਿਗੜ ਗਿਆ ਜੀ ਹੁਣ। ਹਾਂਜੀ। ਨਮਕ ਹਰਾਮ ਹੋਏ ਕਰ ਮਰਨੋ, ਪ੍ਰੇਰੇ ਕਾਲ ਸੋ ਕਰਤ ਬਖਾਨ। ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਹੋ, ਕਹਿੰਦੇ ਅਨਵਰ ਖਾਨ ਨਮਕ ਹਰਾਮ ਹੋ ਗਿਆ ਜੀ। ਇਹ ਜਿਸ ਸਹੁਰੇ ਤੇ ਘਰੋਂ ਪ੍ਰਸ਼ਾਦਾ ਛਕਦਾ ਉਹ ਗੁਰੂ ਘਰ ਦਾ ਕਹਿਣ ਲੱਗੇ, ਗੁਰੂ ਘਰ ਦਾ ਨਮਕ ਖਾ ਕੇ ਗੁਰੂ ਘਰ ਦੀ ਵਸਤੂ ਨਹੀਂ ਦੇਣ ਦਿਆ, ਇਹ ਨਮਕ ਹਰਾਮ ਹੋ ਗਿਆ, ਇਹਨੂੰ ਮੌਤ ਨੇ ਪ੍ਰੇਰਿਆ ਹੁਣ ਕਹਿਣ ਲੱਗੇ। ਹਾਂਜੀ। ਮੀਰ ਸ਼ਿਕਾਰ ਸੁਨਤ ਬਿਸਮਾਨੇ, ਭਇਓ ਗ੍ਰਾਮ ਮਹਿ ਕਪਟ ਮਹਾਨ। ਉਹ ਜਿੰਨੇ ਬੰਦੇ ਆਏ ਸੀ ਉਹਨਾਂ ਵੇਖਿਆ, ਮੀਰ ਸ਼ਿਕਾਰ ਨੇ ਸੁਣਿਆ ਵੇਖਿਆ ਵੀ ਸਾਰਾ ਕੁਝ, ਵੀ ਇਹ ਸਾਡੇ ਨਾਲ ਛਲ ਕਰਨ ਦੇ। ਪਿੰਡ ਵਾਲੇ ਕਹਿੰਦੇ ਬਾਜ ਇੱਧਰ ਹੈ, ਇਹ ਕਹਿੰਦੇ ਬਾਜ ਪਿੰਡ ਵਿੱਚੋਂ ਲੱਭੋ, ਇਹ ਸਾਡੇ ਨਾਲ ਛਲ ਕਰਨ ਦੇ, ਸਾਡੇ ਨਾਲ ਕਪਟ ਕਰਨ ਦੇ ਨੇ। ਹਾਂਜੀ। ਕਹਿਤ ਬਿਲੋਕਤ ਹਮ ਰਹੇ, ਆਏ ਬਾਜ ਇਸ ਥਾਨ। ਹਾਂਜੀ। ਨੀਕੇ ਖੋਜੋ ਲਿਆਈਐ, ਸ਼੍ਰੀ ਗੁਰੂ ਬਾਜ ਮਹਾਨ। ਅੱਗੇ ਪੜੋ। ਇਮ ਕਹਿ ਕਰ ਗਮਨੇ, ਤੁਰੰਤ ਮੀਰ ਸ਼ਿਕਾਨ ਹੈਰਾਨ। ਤੇ ਗੁਰਮੁਖੋ ਉਹ ਫਿਰ ਪੈਂਦੇ ਖਾਂ ਨੂੰ ਜਾਣ ਕੇ ਜਾਂਦੇ ਜਾਂਦੇ ਕਹਿ ਕੇ ਕਹਿਣ ਲੱਗੇ ਅਸੀਂ ਤੇ ਲੱਭ ਲਿਆ, ਤੂੰ ਵੀ ਪੈਂਦੇ ਖਾਂ ਵੇਖੀ ਕਿਤੇ ਇੱਧਰ ਉੱਧਰ ਬਾਜ ਤੈਨੂੰ ਲੱਭ ਜੇ ਤੇ ਲੈ ਆਈ। ਕਹਿਣ ਦਾ ਭਾਵ ਹੀ ਵੀ ਪੈਂਦੇ ਖਾਂ ਦਾ ਮਨ ਬਣ ਜੇ ਤੇ ਬਾਜ ਵਾਪਸ ਦੇ ਜੇ। ਉਹ ਕਿਉਂ ਸਿੱਖਾਂ ਨੂੰ ਵੀ ਚਿੰਤਾ ਪੈ ਗਈ ਵੀ ਗੁਰੂ ਜੀ ਨੂੰ ਕੀ ਆਖਣਾ ਜੀ, ਅਸੀਂ ਕਿਹੜਾ ਮੂੰਹ ਵਿਖਾਵਾਂਗੇ ਜਾ ਕੇ। ਇੱਧਰ ਜਾ ਕੇ ਬਾਬਾ ਗੁਰਦਿੱਤਾ ਜੀ ਨੂੰ ਉਹ ਮਿਲੇ ਜੀ। ਹਾਂਜੀ। ਸ਼੍ਰੀ ਗੁਰਦਿੱਤੇ ਦਿਸ਼ ਗਏ, ਕਹਿਨ ਬਾਜ ਘਰ ਖਾਨ। ਬਾਬਾ ਗੁਰਦਿੱਤਾ ਜੀ ਜਿਸ ਥਾਂ ਤੇ ਬੈਠੇ ਸੀ ਉਹਨਾਂ ਨੇ ਆਖਿਆ ਬਾਬਾ ਜੀ ਪੈਂਦੇ ਖਾਂ ਦੇ ਘਰ ਬਾਜ ਹੈਗਾ, ਪਰ ਪੈਂਦੇ ਖਾਂ ਝੂਠ ਬੋਲਣ ਦਿਆ। ਗੱਜ ਕੇ ਆਖੋ ਵਾਹਿਗੁਰੂ। ਪਰਿਵਾਰ ਵਿੱਚ ਇੱਕ ਵੀ ਬੰਦੇ ਦੀ ਮੱਤ ਖਰਾਬ ਹੋ ਜੇ ਉਹ ਸਾਰਿਆਂ ਦੀ ਕਰ ਦਿੰਦਾ ਜੀ। ਕਈ ਵਾਰ ਜੀ ਇੱਕ ਬੰਦੇ ਦੀ ਗਲਤੀ ਸਾਰੇ ਪਰਿਵਾਰ ਨੂੰ ਹੀ ਭੁਗਤਣੀ ਪੈ ਜਾਂਦੀ ਜੀ, ਕਿਉਂ ਕਰਮ ਜੁੜੇ ਹੁੰਦੇ ਪਿਛਲੇ ਨਾਲ ਜੀ। ਹਾਂਜੀ। ਹੁਣ ਗਲਤੀ ਹੀ ਅਨਵਰ ਖਾਂ ਦੀ, ਭੁੱਖਾ ਲੋਭੀ ਲਾਲਚੀ ਤੇ ਅਨਵਰ ਖਾਂ ਹੈਗਾ ਜੀ, ਭੁਗਤਣਾ ਪੈਂਦੇ ਖਾਂ ਨੂੰ ਪੈਣਾ ਜੀ ਹੁਣ ਜੀ। ਪੈਂਦੇ ਖਾਂ ਕਹਿਣ ਲੱਗਾ ਉਹ ਵਾਹਿਗੁਰੂ ਬਾਬਾ ਗੁਰਦਿੱਤਾ ਜੀ ਨੂੰ, ਉਹ ਕਹਿਣ ਲੱਗੇ ਬਾਬਾ ਜੀ ਬਾਜ ਹੈਗਾ ਤੇ ਪੈਂਦੇ ਖਾਂ ਦੇ ਘਰ ਹੈ, ਪਰ ਪੈਂਦੇ ਖਾਂ ਮੂੰਹੋਂ ਨਾਮ ਨਹੀਂ ਲੈ ਰਿਹਾ। ਹਾਂਜੀ। ਧਾਏ ਮੀਰ ਸ਼ਿਕਾਰ ਤਬ, ਸ਼੍ਰੀ ਗੁਰਦਿੱਤੇ ਪਾਸ। ਹਾਂਜੀ। ਖਾਨਨ ਸਦਨ ਦੁਰਾਏ ਲਿਏ, ਬਾਜ ਬਿਸਦ ਬਿਨ ਤਰਾਸ। ਤੇ ਉਹ ਤੇ ਡਰਦਾ ਹੀ ਨਹੀਂ ਸਾਡੇ ਕੋਲੋਂ, ਉਹ ਸਿੱਧਾ ਹੀ ਆਖੀ ਜਾਂਦਾ ਬਾਜ ਨਹੀਂ ਹੈਗਾ। ਸਾਨੂੰ ਪਿੰਡ ਦੇ ਲੋਕਾਂ ਦੱਸਿਆ ਵੀ ਬਾਜ ਉਧਰ ਹੈਗਾ, ਤੇ ਪੈਂਦੇ ਖਾਂ ਜਾਣ ਕੇ ਹੀ ਨਹੀਂ ਦੇ ਰਿਹਾ ਸਾਨੂੰ। ਹਾਂਜੀ। ਫੇਰਿਓ ਡਿੰਡਮ ਬਿਦਨ ਜਨਾਵਨ, ਬਾਜ ਭਲੋ ਪਿਖ ਲਾਲਚ ਕੀਨ। ਤੇ ਉਹਨੇ ਲਾਲਚ ਕਰ ਲਿਆ ਹੈ। ਬਾਬਾ ਗੁਰਦਿੱਤਾ ਜੀ ਬੜੇ ਸਿਆਣੇ ਸੀਗੇ ਤੇ ਬੜੇ ਧੀਰਜਵਾਨ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਸਿਆਣਾ ਬੰਦਾ ਹਮੇਸ਼ਾ ਹੀ ਘੱਟ ਬੋਲੇਗਾ ਜੀ। ਬਹੁਤ ਜ਼ਿਆਦਾ ਮੂਰਖ ਕੱਟੇ ਹੋ ਕੇ ਗੱਲਾਂ ਕਰਦੇ ਹੋਣ ਤੇ ਸਿਆਣਾ ਥੋੜਾ ਬੋਲਦਾ ਤੇ ਵਧੀਆ ਬੋਲਦਾ ਜੀ। ਹਾਂਜੀ। ਉਹ ਬਾਬਾ ਜੀ ਬੜੇ ਸਿਆਣੇ ਹੀ ਗੱਲ ਸੁਣਦੇ ਰਹੇ ਵੀ ਪੈਂਦੇ ਖਾਂ ਦਾ ਵਾਕਈ ਬੁੱਧੀ ਨਾਸ ਹੋ ਚੁੱਕੀ ਹੈ, ਉਹਦੇ ਜਵਾਈ ਨੇ ਉਹਦੀ ਬੁੱਧੀ ਖਰਾਬ ਕਰਤੀ ਹੈ। ਹਾਂਜੀ। ਬਦਨ ਖਿਨ ਕੁਛ ਚਿੰਤਾ ਕੇ ਬਸ, ਗਏ ਉਤਾਇਲ ਸਤਗੁਰ ਤੀਰ। ਤੇ ਗੁਰ ਸੁਧ ਸੁਨਤ ਵਿਚਾਰਨ ਕਰਕੇ ਚਲੇ ਪਿਤਾ ਕੇ ਨਿਕਟ ਪ੍ਰਬੀਨ।
ਬਾਬਾ ਗੁਰਦਿੱਤਾ ਜੀ ਵਿਚਾਰ ਕਰਨ ਦੇ ਵੀ ਹੁਣ ਸਾਡੇ ਵੱਸ ਦੀ ਗੱਲ ਨਹੀਂ, ਗਾਂ ਲੰਘ ਗਈ ਗੱਲ, ਹੁਣ ਗੁਰੂ ਜੀ ਨੂੰ ਦੱਸੀਏ। ਮਹਾਰਾਜ ਪੈਂਦੇ ਖਾਂ ਦੇ ਘਰ ਬਾਜ ਹੈ, ਦੇਣ ਨਹੀਂ ਦਿਆ ਉਹ। ਹਾਂਜੀ, ਆਪਾਂ ਹੁਣ ਗੁਰੂ ਜੀ ਨੂੰ ਦੱਸੀਏ ਜੀ। ਆ ਗਏ ਸੱਚੇ ਪਾਤਸ਼ਾਹ ਦੇ ਕੋਲ ਜੀ। ਹਾਂਜੀ, ਬਦਨ ਖਿਨ ਕੁਛ ਚਿੰਤਾ ਕੇ ਬਸ ਗਏ ਉਤਾਵਲ ਸਤਿਗੁਰ ਤੀਰ। ਬਾਬਾ ਜੀ ਦਾ ਚਿਹਰਾ ਚਿੰਤਾ ਵਿੱਚ ਆ ਗਿਆ ਜੀ। ਜਦੋਂ ਇਹੋ ਜੀ ਗੱਲ ਹੋਵੇ ਚਿੰਤਾ ਆ ਹੀ ਜਾਂਦੀ ਬੰਦੇ ਨੂੰ। ਬਾਬਾ ਜੀ ਦਾ ਚਿਹਰਾ ਚਿੰਤਾ ਨਾਲ ਭਰ ਗਿਆ ਤੇ ਬਾਬਾ ਜੀ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਏ ਜੀ। ਹਾਂਜੀ, ਕਰ ਬੰਧਨ ਬੈਠੇ ਅਵਲੋਕੇ। ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਬਾਬਾ ਜੀ ਨੇ। ਤੇ ਬਾਬਾ ਜੀ ਨੇ ਜਾਂਦਿਆਂ ਹੀ ਮੱਥਾ ਟੇਕਿਆ। ਤੁਸੀਂ ਵੀ ਟੇਕੋ, ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ। ਬਾਬਾ ਗੁਰਦਿੱਤਾ ਜੀ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਤਤਕਾਲ ਹੀ ਸਮਝ ਗਏ ਗੱਲ ਕੀ ਹੋਈ ਹੈ। ਇਹ ਬਾਬਾ ਜੀ ਬੜੀ ਚਿੰਤਾ ਵਿੱਚ ਨੇ। ਹਾਂਜੀ, ਬੂਝਤ ਭਏ ਪੁੱਤਰ ਕੋ ਧੀਰ। ਸੱਚੇ ਪਾਤਸ਼ਾਹ ਜਾਣ ਕੇ ਪੁੱਛਣ ਲੱਗ ਪਏ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਤੇ ਸ਼ਿਕਾਰ ਤੇ ਗਏ ਸੀ। ਹਾਂਜੀ, ਗਏ ਅਖੇਰ ਬਾਜ ਕਿਸ ਦੇਖਿਓ। ਤੇ ਦੱਸੋ ਬਾਜ ਕਿਹੋ ਜਿਹਾ, ਵਧੀਆ ਹੈਗਾ ਕਿ ਨਹੀਂ ਹੈਗਾ? ਸਿੱਖ ਨੇ ਬੜੀਆਂ ਤਾਰੀਫਾਂ ਕੀਤੀਆਂ ਸੀ ਬਾਜ ਦੀਆਂ। ਹਾਂਜੀ, ਖੱਗ ਪਰ ਚੋਟ ਕਰੀ ਕਿਮ ਵੀਰ। ਕਿਵੇਂ ਪੰਛੀ ਫੜਦਾ ਉਹ, ਸਾਨੂੰ ਸਾਰੀ ਗੱਲ ਦੱਸੋ। ਹਾਂਜੀ, ਝਟਪਟ ਬਿਹੰਗ ਕੇ ਨਹਿ ਉੱਡ ਕਰਕੇ ਜਾਏ ਕਿ ਨਹੀਂ ਦੂਰ ਤੇ ਨੀਰ। ਛੇਤੀ ਉੱਡਦਾ ਕਿ ਹੌਲੀ ਉੱਡਦਾ? ਬਾਜ ਚੁਸਤ ਹੈਗਾ ਕਿ ਸੁਸਤ ਹੈਗਾ? ਬਾਬਾ ਜੀ ਸਾਨੂੰ ਸਾਰੀ ਗੱਲ ਦੱਸੋ। ਗੁਰੂ ਸਾਹਿਬ ਨੂੰ ਪਤਾ ਤਾਂ ਹੈਗਾ ਹੀ ਸਾਰੀਆਂ ਗੱਲਾਂ ਦਾ ਵੀ ਬਾਬਾ ਜੀ ਦਾ ਤਾਂ ਚਿਹਰਾ ਅੱਗੇ ਚਿੰਤਾ ਨਾਲ ਭਰਿਆ ਪਿਆ ਤੇ ਗੱਲ ਕੋਈ ਹੋਰ ਹੈ। ਪਰ ਸੱਚੇ ਪਾਤਸ਼ਾਹ ਪੁੱਛ ਰਹੇ ਪਹਿਲਾਂ ਜੀ। ਹਾਂਜੀ, ਗੁਰਸੁਤ ਸਕਲ ਪ੍ਰਸੰਗ ਸੁਨਾਇਓ ਗਏ ਵੇਹਰ ਪਿਖ ਬ੍ਰਿੰਦ ਬਿਹੰਗ। ਤੇ ਬਾਬਾ ਗੁਰਦਿੱਤਾ ਜੀ ਨੇ ਸਾਰੀ ਗੱਲ ਦੱਸੀ। ਮਹਾਰਾਜ ਅਸੀਂ ਬਾਜ ਨੂੰ ਲੈ ਕੇ ਗਏ ਸਾਂ, ਅੱਜ ਪੈਂਦੇ ਖਾਂ ਨਹੀਂ ਸੀ ਆਇਆ, ਅਸੀਂ ਇਕੱਲੇ ਹੀ ਚਲੇ ਗਏ ਨਾਲ ਕੁਝ ਸ਼ਿਕਾਰੀਆਂ ਨੂੰ ਲੈ ਕੇ। ਤੇ ਸੱਚੇ ਪਾਤਸ਼ਾਹ ਬਾਜ ਬੜਾ ਹੀ ਵਧੀਆ। ਮਹਾਰਾਜ ਬਾਜ ਦੀ ਤਾਰੀਫ ਜਿੰਨੀ ਕਰੋ ਉਨੀ ਘੱਟ ਹੈ। ਸੱਚੇ ਪਾਤਸ਼ਾਹ ਹੀ ਬੜੇ ਪੰਛੀਆਂ ਤੇ ਉਹਨੂੰ ਛੱਡਿਆ। ਹਾਂਜੀ, ਛੋਟੇ ਮੀਰ ਨਿਕਟ ਜਬ ਆਏ ਇੱਕ ਸੁਖਾਬ ਨਿਕਸਿਓ ਦ੍ਰਿਸ਼ਟਾਏ। ਤੇ ਪਿਤਾ ਜੀ ਸਤਿਗੁਰੂ ਜੀ ਸੁਕਾਬ ਪੰਛੀ ਦੇ ਪਿੱਛੇ ਬਾਜ ਨੂੰ ਤੋਰਿਆ, ਉਡਾਇਆ। ਹਾਂਜੀ, ਤਿਸ ਪਰ ਬਾਜ ਸ਼ੋਰ ਕਰ ਦੀਨਸ ਕਰੀ ਨਾ ਚੋਟ ਰਹਿਓ ਤ੍ਰਿਪਤਾਏ। ਬਾਜ ਰੱਜਿਆ ਹੋਣ ਕਰਕੇ ਉਹ ਚੋਟ ਨਹੀਂ ਕਰ ਸਕਿਆ ਪੂਰੀ। ਹਾਂਜੀ, ਉੱਡ ਕਰ ਗ੍ਰਾਮ ਮੰਝਾਰ ਪਰਵੇਸ਼ਿਓ ਮੀਰ ਸ਼ਿਕਾਰ ਗਏ ਤਬ ਧਾਏ। ਤੇ ਉਹ ਬਾਜ ਉੱਡ ਕੇ ਇੱਕ ਬਾਗ ਵਿੱਚ ਪਹੁੰਚਿਆ ਜਿੱਥੋਂ ਉਹ ਬਾਜ ਛੋਟੇ ਮੀਰ ਪਿੰਡ ਵਿੱਚ ਗਿਆ। ਇਉਂ ਲੱਗਦਾ ਤੇ ਸਾਡੇ ਸ਼ਿਕਾਰੀ ਉਸ ਬਾਜ ਨੂੰ ਲੈਣ ਗਏ। ਹਾਂਜੀ, ਸਦਨ ਛੁਪਾਇਓ ਕਿਸ ਪਠਾਨ ਪਿਖ ਖੋਜ ਰਹੇ ਤਹ ਹਾਥ ਨਾ ਆਏ। ਤੇ ਮਹਾਰਾਜ ਇਉਂ ਲੱਗਦਾ ਕਿਸੇ ਪਠਾਨ ਨੇ ਉਹ ਬਾਜ ਜਿਹੜਾ ਆਪਣਾ ਉਹ ਲੁਕਾ ਲਿਆ ਹੈ। ਮਹਾਰਾਜ ਅਸੀਂ ਲੱਭਣੇ ਬਾਜ ਸਾਨੂੰ ਲੱਭਿਆ ਨਹੀਂ। ਹਾਂਜੀ, ਜਿਮ ਮਨ ਭਾਏ ਕਰੋ ਪ੍ਰਭ ਜੀ ਅਬ ਬਿਨ ਪੈਂਦੇ ਘਰ ਅਪਰ ਨਾ ਸੋਏ। ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਬਾਕੀ ਤੇ ਕਿਸੇ ਪਠਾਨ ਵਿੱਚ ਵੀ ਇੰਨੀ ਹਿੰਮਤ ਨਹੀਂ ਹੈਗੀ। ਹਾਂਜੀ, ਤੇ ਸੱਚੇ ਪਾਤਸ਼ਾਹ ਪ੍ਰਭੂ ਜੀ ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਬਾਜ ਉਹ ਪੈਂਦੇ ਖਾਨ ਦੇ ਘਰ ਹੀ ਹੁੰਦਾ। ਕਹਿਣ ਲੱਗੇ ਪੈਂਦੇ ਖਾਨ ਦੇ ਘਰ ਹੀ ਉਹ ਬਾਜ ਲੱਗਦਾ। ਹਾਂਜੀ, ਅੰਤਰਜਾਮੀ ਘਟ ਘਟ ਸੁਆਮੀ। ਸੱਚੇ ਪਾਤਸ਼ਾਹ ਤੇ ਪਹਿਲਾਂ ਹੀ ਅੰਤਰਜਾਮੀ ਸਾਰਾ ਕੁਝ ਜਾਣਦੇ, ਘਟਾਂ ਦੀਆਂ ਗੱਲਾਂ ਨੂੰ ਜਾਣਨ ਵਾਲੇ ਨੇ। ਹਾਂਜੀ, ਖਾਮੀ ਕਰੀ ਲਈ ਸਭ ਜੋਏ। ਤੇ ਗੱਜ ਕੇ ਆਖੋ ਵਾਹਿਗੁਰੂ। ਕੀ ਹੋਇਆ, ਕਿਉਂ ਹੋਇਆ? ਸੱਚੇ ਪਾਤਸ਼ਾਹ ਨੂੰ ਸਭ ਪਤਾ ਲੱਗ ਗਿਆ ਜੀ। ਸਭ ਪਤਾ ਲੱਗ ਗਿਆ ਵੀ ਪੈਂਦੇ ਖਾਂ ਦਾ ਵਸ ਨਹੀਂ ਚੱਲਣ ਦਿਆ, ਉਹਦੇ ਜਵਾਈ ਨੇ ਉਹਦੀ ਮੱਤ ਖਰਾਬ ਕਰ ਦਿੱਤੀ ਹੈ। ਹਾਂਜੀ, ਹੋਨਹਾਰ ਕੋ ਲੱਖ ਮੁਸਕਾਏ। ਗੁਰੂ ਸਾਹਿਬ ਮੁਸਕਰਾਏ ਜੀ। ਫਿਰ ਸਾਰਾ ਕੁਝ ਵੇਖ ਕੇ ਨਾ ਜੀ ਆਉਣ ਵਾਲਾ ਸਮਾਂ ਤੇ ਮਹਾਰਾਜ ਮੁਸਕਰਾਏ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਤੁਰਕ ਈਮਾਨ ਬਹੀਨ ਸੋ ਹੋਏ। ਤੇ ਸੱਚੇ ਪਾਤਸ਼ਾਹ ਨੇ ਪਤਾ ਕੀ ਬਚਨ ਬੋਲੇ ਜੀ? ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ। ਡਰਨਾ ਚਾਹੀਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਾਬਾ ਜੀ ਪਠਾਨ ਤੁਰਕ ਆਪਣੇ ਈਮਾਨ ਤੋਂ ਡੋਲ ਗਿਆ। ਕਹਿਣ ਲੱਗੇ ਡੋਲ ਗਿਆ। ਉਹ ਨਮਕ ਹਰਾਮੀ ਕਰ ਬੈਠਾ। ਕਹਿਣ ਲੱਗੇ ਉਹ ਡੋਲ ਗਿਆ ਜੀ। ਜਿਹਨੂੰ ਹੁਣ ਗੁਰੂ ਸਾਹਿਬ ਨੇ ਬਚਨ ਕਹਿਤਾ, ਦੱਸੋ ਉਹਦਾ ਵਾਲੀ ਵਾਰਸ ਕੌਣ ਬਣੇਗਾ ਜੀ? ਹਾਂਜੀ, ਕੌਣ ਬਚਾ ਲੇਗਾ ਹੁਣ ਜੀ ਉਹਨੂੰ? ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਉਹ ਡੋਲ ਗਿਆ। ਕਹਿਣ ਲੱਗੇ
ਆਪਣੇ ਈਮਾਨ ਤੋਂ ਡੋਲ ਗਿਆ ਜੀ ਉਹ। ਹਾਂਜੀ, ਤੂਸ਼ਨ ਕਰੀ ਸ਼ਿਮਾ ਔਰ ਧਾਰੀ। ਫਿਰ ਵੀ ਸੱਚੇ ਪਾਤਸ਼ਾਹ ਨਾ ਜੀ ਸ਼ਾਂਤ ਰਹੇ। ਮਹਾਰਾਜ ਚੁੱਪ ਬੈਠੇ, ਮਾਫੀ ਅੰਦਰੋਂ ਮਾਫ ਕਰਤਾ ਗੁਰੂ ਸਾਹਿਬ ਨੇ। ਸ਼ਿਮਾ ਔਰ ਧਾਰੀ, ਹਿਰਦੇ ਚੋਂ ਮਾਫ ਕਰਤਾ ਪੈਂਦੇ ਖਾਨ ਨੂੰ। ਹਾਂਜੀ, ਮਹਾ ਗੰਭੀਰ ਧੀਰ ਮਨ ਭੋਏ। ਤੇ ਸੱਚੇ ਪਾਤਸ਼ਾਹ ਬੜੇ ਧੀਰਜ ਨਾਲ ਬੈਠੇ। ਇੱਕ ਬਾਜ ਦੀ ਏਡੀ ਗੱਲ ਥੋੜੀ ਸੀ ਕੋਈ ਜੀ। ਅੱਜ ਕੇ ਆਖੋ ਵਾਹਿਗੁਰੂ। ਕੋਈ ਨਹੀਂ, ਜੇ ਨਹੀਂ ਦਿੰਦਾ ਤੇ ਨਾ ਦੇ ਜੀ। ਮਹਾਰਾਜ ਨੇ ਪਾਲਿਆ ਸੀਗਾ ਜੀ ਪੈਂਦੇ ਖਾਂ, ਕੋਈ ਗੱਲ ਨਹੀਂ। ਗੁਰੂ ਸਾਹਿਬ ਨੇ ਮਾਫ ਕਰਕੇ ਤੇ ਸੱਚੇ ਪਾਤਸ਼ਾਹ ਸੱਜ ਗਏ ਜੀ। ਹਾਂਜੀ, ਮੇਲਾ ਅਧਿਕ ਸੰਗਤਾਂ ਦਰਸ਼ਨ ਮਨ ਬੰਤਤ ਗੁਰ ਤੇ ਬਰ ਪਾਏ। ਤੇ ਗੁਰਮੁਖੋ ਇਧਰ ਗੁਰੂ ਘਰ ਵਿੱਚ ਬੜਾ ਮੇਲਾ ਹੋਇਆ ਜੀ। ਸੰਗਤਾਂ ਬਹੁਤ ਬਹੁਤ ਦੂਰੋਂ ਆਉਣ ਲੱਗ ਪਈਆਂ। ਬਾਜ ਦੀ ਘਟਨਾ ਤਕਰੀਬਨ ਸਾਰੇ ਸਿੱਖ ਭੁੱਲ ਗਏ ਕੁਛ ਸਮੇਂ ਬਾਅਦ ਜੀ। ਹਾਂਜੀ, ਤ੍ਰਿਪਤ ਨਾ ਹੋਤ ਬਿਲੋਕਤ ਦ੍ਰਿਗ ਭਰ ਬੈਠਤ ਨਿਕਟ ਮੋਂਦ ਉਪਜਾਏ। ਤੇ ਗੁਰਮੁਖੋ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਦੇ ਦੂਰੋਂ ਦੂਰੋਂ ਆ ਕੇ ਸੰਗਤਾਂ ਬੈਠੀਆਂ, ਪਰ ਪੈਂਦੇ ਖਾਨ ਦੀ ਹਿੰਮਤ ਨਾ ਪਵੇ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਵੇ ਜੀ। ਕਿਹੜਾ ਮੂੰਹ ਲੈ ਕੇ ਜਾਏ? ਚੋਲਾ ਵੇਖਣਾ ਗੁਰੂ ਜੀ ਨੇ, ਘੋੜਾ ਵੇਖਣਾ ਹੈ, ਉਹ ਖੜਗ ਵੇਖਣੀ ਹੈ, ਉਹ ਢਾਲ ਵੇਖਣੀ ਹੈ। ਉਹ ਮੇਰੇ ਕੋਲ ਹੈ ਨਹੀਂ, ਮੈਂ ਕਿਹੜਾ ਮੂੰਹ ਲੈ ਕੇ ਜਾਵਾਂ? ਤੇ ਪੈਂਦੇ ਖਾਂ ਗੁਰੂ ਸਾਹਿਬ ਦੇ ਕੋਲ ਨਹੀਂ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਬੜੇ ਧਿਆਨ ਨਾਲ ਗੱਲ ਸੁਣਿਓ, ਫਿਰ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਭਾਈ ਵੀਰ ਸਿੰਘ ਜੀ ਇੱਕ ਗੱਲ ਲਿਖਦੇ ਹੋ, ਕਹਿੰਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਟੋਟਾ ਉਸ ਦਿਨ ਹੁੰਦਾ ਜਿਸ ਦਿਨ ਸਤਸੰਗ ਵਿੱਚ ਨਾ ਜਾਇਆ ਜਾਵੇ, ਜਿਸ ਦਿਨ ਸੰਗਤ ਨਾ ਹੋਵੇ, ਜਿਸ ਦਿਨ ਗੁਰੂ ਦੇ ਦਰਸ਼ਨ ਨਾ ਹੋਣ। ਸਮਝਿਓ ਬੜਾ ਵੱਡਾ ਟੋਟਾ ਪੈ ਗਿਆ। ਕਹਿਣ ਲੱਗੇ ਉਹਦੇ ਤੋਂ ਵੱਡਾ ਟੋਟਾ ਕੋਈ ਨਹੀਂ, ਉਹਦੇ ਤੋਂ ਵੱਡਾ ਨੁਕਸਾਨ ਕੋਈ ਨਹੀਂ, ਜਿਸ ਦਿਨ ਗੁਰੂ ਜੀ ਦੇ ਦਰਸ਼ਨ ਨਾ ਹੋਣ ਜੀ। ਕਹਿਣ ਲੱਗੇ ਜਿਸ ਦਿਨ ਬੰਦਾ ਸੰਗਤ ਵਿੱਚ ਨਾ ਜਾ ਸਕੇ। ਪੈਂਦੇ ਖਾਨ ਨੂੰ ਘਾਟਾ ਹੀ ਪੈਣ ਲੱਗ ਪਿਆ ਜੀ ਉਸ ਦਿਨ ਤੋਂ ਬਾਅਦ। ਕਿਉਂ? ਉਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਨਹੀਂ ਸੀ ਆਉਂਦਾ ਹੁਣ। ਹਾਂਜੀ, ਸੁਨਤ ਬਾਕ ਸਨਮੁਖ ਥਿਰ ਹਵੈ ਕਰੈ ਪ੍ਰੇਮ ਊਰ ਰੂਪ ਬਸਾਏ। ਉਧਰ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਮਹਾਰਾਜ ਹੁਕਮ ਕਰੋ। ਬੜੀ ਕਾਹਲੀ ਵਿੱਚ ਸੱਚੇ ਪਾਤਸ਼ਾਹ ਦੇ ਸਿੱਖ ਰਹਿੰਦੇ ਸੀ ਵੀ ਗੁਰੂ ਸਾਹਿਬ ਹੁਕਮ ਕਰਨ ਤੇ ਅਸੀਂ ਮੰਨੀਏ। ਹਾਂਜੀ, ਜਪ ਹੈ ਨਾਮ ਸਿੱਖੀ ਬੜ ਸ਼ਰਧਾ। ਤੇ ਉਧਰ ਗੁਰੂ ਕੇ ਸਿੱਖ ਨਾਮ ਜਪਨ ਦੇ, ਸਿੱਖੀ ਧਾਰ ਕੇ ਜਪਨ ਦੇ। ਵਾਹਿਗੁਰੂ 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 ਵਾਹਿਗੁਰੂ। ਉਧਰ ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਨਾਮ ਜਪਣ ਦੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ। ਉਧਰ ਪੈਂਦੇ ਖਾਂ ਆਪਣੀ ਉਸ ਘੜੀ ਨੂੰ ਰੋਣ ਦਿਆ ਜਿੱਦਣ ਉਹਨੇ ਫੁਰਨਾ ਬਣਾਇਆ ਸੀ। ਹਾਂਜੀ, ਚਾਹਤ ਇੱਕ ਪਰਲੋਕ ਸਹਾਏ। ਇਹ ਸਭ ਸਿੱਖ ਸੰਗਤਾਂ ਇਹੋ ਹੀ ਇੱਛਾ ਰੱਖਣ ਦਈਆਂ, ਸਾਡੇ ਸੱਚੇ ਪਾਤਸ਼ਾਹ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਨਗੇ। ਹਾਂਜੀ, ਇਮ ਮੇਲਾ ਬੜ ਪੰਜ ਦਿਵਸ ਲੋ ਰਹਿਓ ਹਜ਼ੂਰ ਸਮੇਤ ਆਨੰਦ। ਇਸ ਤਰੀਕੇ ਨਾਲ 5 ਦਿਨ ਗੁਰੂ ਘਰ ਵਿੱਚ ਮੇਲਾ ਰਿਹਾ ਜੀ। 5 ਦਿਨ ਮੇਲਾ ਰਿਹਾ। ਬੜੀ ਦੂਰੋਂ ਦੂਰੋਂ ਸਿੱਖ ਆਏ ਜੀ। ਹਾਂਜੀ, ਮੁਖ ਸਿੰਘ ਜਿਨ ਕੇ ਮੁਖ ਸਿੱਖ ਜਿਨ ਕੇ ਸੰਗ ਸੰਗਤ ਤਿਸੀ ਦੇਸ਼ ਕੋ ਮਹਾ ਮਸੰਦ। ਬੜੇ ਬੜੇ ਮਸੰਦ ਆਏ ਜੀ, ਉਹਨਾਂ ਨਾਲ ਸੰਗਤਾਂ ਆਈਆਂ। ਦੂਰੋਂ ਦੂਰੋਂ ਤੇ ਸੰਗਤਾਂ ਆ ਗਈਆਂ, ਪਰ ਪੈਂਦੇ ਖਾਂ ਲਾਗੋਂ ਨਹੀਂ ਆਇਆ ਜੀ। ਹਾਂਜੀ, ਦੇ ਦੇ ਸਿਰ ਪਾਓ ਸਭ ਹਿਨਕੋ ਕਰੇ ਵਿਸਰਜਨ ਜਥਾ ਬਿਲੰਦ। ਤੇ ਦੇ ਦੇ ਸਿਰ ਪਾਓ ਸਭ ਹਿਨਕੋ, ਸੱਚੇ ਪਾਤਸ਼ਾਹ ਸਾਰਿਆਂ ਨੂੰ ਸਿਰ ਪਾਓ ਦੇ ਕੇ ਭੇਜਣ ਦੇ, ਵਿਦਾ ਕਰਨ ਦੇ। ਤੇ ਪੈਂਦੇ ਖਾਂ ਨੇ ਚਿਹਰਾ ਤੱਕ ਨਹੀਂ ਵਿਖਾਇਆ 5 ਦਿਨ ਜੀ। ਹਾਂਜੀ, ਸਨੇ ਸਨੇ ਗਮਨੇ ਇਮ ਸਗਰੋ ਵਰਣਤ ਸਤਿਗੁਰ ਕੇ ਗੁਣ ਬ੍ਰਿੰਦ। ਤੇ ਸਾਰੇ ਸਿੱਖ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਉਂਦਿਆਂ ਜਾ ਰਹੇ ਜੀ। ਕੋਈ ਅੰਮ੍ਰਿਤਸਰ ਨੂੰ ਜਾ ਰਿਹਾ, ਕੋਈ ਕਿਸੇ ਪਾਸੇ ਜਾਂਦਿਆ ਜੀ। ਹਾਂਜੀ, 5 ਦਿਵਸ ਅਸ ਬੀਤ ਗਏ ਜਬ ਸਤਿਗੁਰ ਬੈਠੇ ਸਭਾ ਲਗਾਏ। ਹੁਣ ਵੇਖੋ 5 ਦਿਨ ਬੀਤ ਗਏ, ਸੱਚੇ ਪਾਤਸ਼ਾਹ ਸਭਾ ਲਗਾ ਕੇ ਬੈਠੇ, ਗੁਰੂ ਕੇ ਸਿੱਖ ਬੈਠੇ ਸਾਰੇ। ਹਾਂਜੀ, ਪੈਂਦੇ ਖਾਨ ਕੋ ਸਿਮਰਨ ਕੀਨਸ। ਤੇ ਗੁਰੂ ਸਾਹਿਬ ਨੇ ਪੈਂਦੇ ਖਾਨ ਨੂੰ ਯਾਦ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਭ ਬਾਜ ਦਾ ਚੇਤਾ ਭੁੱਲਿਆ ਪਿਆ ਜੀ। ਯਾਦ ਤੇ ਹੈ ਪਰ ਬਾਹਰੀ ਤੌਰ ਤੇ ਚੇਤਾ ਭੁਲਾਇਆ। ਕੋਈ ਗੱਲ ਨਹੀਂ ਜੀ, ਜਿਹੜੇ ਗੁਰਮੁਖ ਹੁੰਦੇ ਉਹ ਛੋਟੀ ਮੋਟੀ ਗੱਲ ਕਰਕੇ ਨਹੀਂ ਝਗੜਦੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਬਾਹਰੀ ਤੌਰ ਤੇ ਚੇਤਾ ਭੁਲਾ ਕੇ ਬੈਠੇ
ਤੇ ਸਭਾ ਦੇ ਵਿੱਚ ਫਿਰ ਗੁਰੂ ਸਾਹਿਬ ਨੇ ਪੈਂਦੇ ਖਾਂ ਨੂੰ ਯਾਦ ਕੀਤਾ ਜੀ। ਹਾਂਜੀ, ਕਿਸ ਕਾਰਨ ਤੇ ਇਤ ਨਹਿ ਆਏ। ਮਹਾਰਾਜ ਕਹਿੰਦੇ ਸਿੱਖੋ ਉਹ ਪੈਂਦੇ ਖਾਂ ਨਹੀਂ ਆਇਆ, ਕਹਿਣ ਲੱਗੇ ਇੰਨੇ ਦਿਨ ਹੋ ਗਏ ਨੇ, ਪੈਂਦੇ ਖਾਂ ਕਿਉਂ ਨਹੀਂ ਆ ਰਿਹਾ ਇੱਥੇ ਸਾਡੇ ਕੋਲ। ਹਾਂਜੀ, ਕੋਸ਼ਿਸ਼ ਬਾਰ ਤੁਰੰਗ ਕੋ ਲੇਕਰ ਫੇਰ ਨਹੀਂ ਨਿਜ ਬਦਨ ਦਿਖਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਰੋਂ ਤੇ ਕਹਿੰਦਾ ਸੀਗਾ ਵੀ ਪੋਸ਼ਾਕ ਪਾ ਕੇ ਤੁਹਾਡੇ ਕੋਲ ਆਉਣਾ, ਅਸੀਂ ਕਿਹਾ ਸੀ ਚੱਲ ਰੋਜ਼ ਹੀ ਆਇਆ ਕਰ, ਪਰ ਜਦੋਂ ਦੀ ਪੋਸ਼ਾਕ ਲੈ ਗਿਆ, ਵਸਤੂਆਂ ਲੈ ਗਿਆ, ਉਸ ਦਿਨ ਦਾ ਚਿਹਰਾ ਹੀ ਨਹੀਂ ਵਿਖਾਇਆ ਉਹਨੇ। ਹਾਂਜੀ, ਉਰ ਹੰਕਾਰ ਕੇ ਗਏ ਤੇ ਗਿਰ ਗਾ, ਲੱਗੀ ਚੋਟ ਕੇ ਰਹਿਓ ਲਜਾਏ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਬੜੇ ਹੰਕਾਰ ਵਿੱਚ ਘੋੜਾ ਚਲਾਉਂਦੇ ਆ ਸੀ, ਕਿਤੇ ਘੋੜੇ ਤੋਂ ਡਿੱਗ ਤਾਂ ਨਹੀਂ ਗਿਆ, ਕਹਿਣ ਲੱਗੇ ਕਿਤੇ ਸੱਟ ਪਿੱਟ ਲੱਗ ਗਈ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਪਤਾ ਤੇ ਕਰੋ, ਹੁਣ ਕਿਉਂ ਨਹੀਂ ਦਿਆ। ਹਾਂਜੀ, ਕਾਰਨ ਘਨੇ ਵਿਚਾਰ ਕਰੇ ਇਮ, ਤਬ ਸਤਿਗੁਰੂ ਪਠਾਇਓ ਦਾਸ। ਗੁਰੂ ਸਾਹਿਬ ਨੇ ਇੱਕ ਸੇਵਕ ਭੇਜਿਆ ਜੀ ਪੈਂਦੇ ਖਾਂ ਦੇ ਘਰ ਵਿੱਚ। ਹਾਂਜੀ, ਸੁਧ ਸਗਰੀ ਨੀਕੇ ਅਬ ਲੀਜੈ। ਮਹਾਰਾਜ ਕਹਿੰਦੇ ਜਾ ਚੰਗੀ ਤਰ੍ਹਾਂ ਸੁੱਧ ਲੈ ਕੇ ਆ, ਖਬਰ ਲੈ ਕੇ ਆ। ਹਾਂਜੀ, ਗਮਨੇ ਹੋ ਪੈਂਦ ਖਾਨ ਕੇ ਪਾਸ। ਪੈਂਦੇ ਖਾਂ ਦੇ ਕੋਲ ਜਾ, ਪਤਾ ਕਰੋ ਕਿਉਂ ਨਹੀਂ ਆਉਂਦਿਆ, ਕਿਤੇ ਘੋੜੇ ਤੋਂ ਡਿੱਗ ਕੇ ਸੱਟ ਪਿੱਟ ਤਾਂ ਨਹੀਂ ਲਵਾ ਲਈ। ਗੱਜ ਕੇ ਆਖੋ ਵਾਹਿਗੁਰੂ। ਤੇ ਪੈਂਦੇ ਖਾਂ ਘੋੜੇ ਤੋਂ ਥੋੜੀ ਡਿੱਗਾ ਜੀ, ਪੈਂਦੇ ਖਾਂ ਤੇ ਆਪਣੇ ਈਮਾਨ ਤੋਂ ਡਿੱਗ ਗਿਆ ਜੀ। ਹਾਂਜੀ, ਕਿਤੇ ਘੋੜੇ ਤੇ ਡਿੱਗ ਕੇ ਸੱਟ ਤਾਂ ਨਹੀਂ ਲਵਾ ਬੈਠਾ। ਹਾਂਜੀ, ਹਮ ਦਿਸ਼ ਤੇ ਤਿਸ ਜਾਏ ਹਕਾਰੋ। ਉਹਨੂੰ ਆਖੋ ਵੀ ਗੁਰੂ ਸਾਹਿਬ ਬੁਲਾਉਂਦੇ, ਸਾਡੇ ਵੱਲੋਂ ਆਖੋ ਵੀ ਅਸੀਂ ਸੱਦਣ ਨਹੀਂ ਆ ਉਹਨੂੰ। ਹਾਂਜੀ, ਆਨੋ ਸੰਗ ਹੋਏ ਨਿਰਜਾਸ। ਉਹਨੂੰ ਛੇਤੀ ਆਪਣੇ ਨਾਲ ਲੈ ਕੇ ਆ। ਵੇਖੋ ਪਾਲਿਆ ਹੋਇਆ ਸੀਗਾ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਪਿਆਰ ਤੇ ਹੁੰਦਾ ਹੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਾਡੇ ਵੱਲੋਂ ਆਖੋ, ਅਸੀਂ ਸੱਦਣ ਨਹੀਂ ਆ, ਪੈਂਦੇ ਖਾਂ ਨੂੰ ਸੱਦੋ ਇੱਥੇ। ਹਾਂਜੀ, ਸੁਨਤ ਗਇਓ ਤਬ ਪਹੁੰਚਿਓ ਬਿਲੋਕਿਓ, ਮਲਿਨ ਬਸਤ ਜੁਤ ਹੋ ਉਦਾਸ। ਤੇ ਗੁਰਮੁਖੋ ਗੁਰੂ ਕਾ ਸਿੱਖ ਛੇਤੀ ਨਾਲ ਗਿਆ ਜੀ ਪੈਂਦੇ ਖਾਂ ਦੇ ਘਰ। ਤੇ ਗਾਂ ਪਤਾ ਕੀ ਉਹਨੇ ਵੇਖਿਆ, ਪੈਂਦੇ ਖਾਂ ਬੜਾ ਉਦਾਸ ਬੈਠਾ ਤੇ ਮੈਲੇ ਕਚਾਲੇ ਕੱਪੜੇ ਪਾਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਹਾਲ ਹੋ ਜਾਂਦਾ ਜਦੋਂ ਦੂਰੀ ਬਣ ਜੇ ਨਾ ਜੀ, ਫਿਰ ਇਹੋ ਕੁਛ ਹੀ ਹੁੰਦਾ ਜੀ। ਮੈਲੇ ਕਚਾਲੇ ਕੱਪੜੇ ਪਾਏ ਤੇ ਉਦਾਸ ਬੈਠਾ ਸੀਗਾ। ਹਾਂਜੀ, ਸੁਨੋ ਖਾਨ ਜੀ ਗੁਰੂ ਹਕਾਰਤ। ਖਾਨ ਜੀ ਤੁਹਾਨੂੰ ਸੱਚੇ ਪਾਤਸ਼ਾਹ ਬੁਲਾਉਂਦੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਕਹਿਓ ਸੰਗ ਆਪਣੇ ਤੂੰ ਲਿਆਏ। ਤੇ ਮੈਨੂੰ ਉਹਨਾਂ ਆਖਿਆ ਵੀ ਤੂੰ ਪੈਂਦੇ ਖਾਂ ਨੂੰ ਆਪਣੇ ਨਾਲ ਲੈ ਕੇ ਆਉਣਾ। ਹਾਂਜੀ, ਮੂੜ ਕੋ ਭਾਗੀ ਪਰੇਰਿਓ ਕਾਲਸੋ, ਜਿਮ ਬੈਠਿਓ ਤਿਮ ਲਿਹੋ ਸਿਧਾਏ। ਤੇ ਮੂੜ ਕੁਭਾਗੀ ਪ੍ਰੇਰਿਓ ਕਾਲ ਸੋ, ਉਹ ਤੇ ਮੂਰਖ ਬਣਿਆ ਪਿਆ ਸੀ, ਉਹਨੂੰ ਤੇ ਕਾਲ ਨੇ ਪ੍ਰੇਰਿਆ ਹੀ, ਮੌਤ ਸਾਹਮਣੇ ਆਈ ਹੋਈ ਸੀਗੀ ਜੀ। ਹਾਂਜੀ, ਅਨਵਰ ਖਾਨ ਨੇ ਸਾਰਾ ਕੁਝ ਹੀ ਵਿਗਾੜ ਸੁੱਟਿਆ ਜੀ। ਤੇ ਅੱਗੋਂ ਫਿਰ ਜਿਮ ਬੈਠਿਓ ਤਿਮ ਉਠਿਓ ਸਿਧਾਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹ ਜਿਵੇਂ ਬੈਠਾ ਸੀ ਨਾ ਜੀ, ਮੈਲੇ ਕੱਪੜੇ, ਕੋਈ ਮੂੰਹ ਮਾਂ ਨਹੀਂ ਧੋਤਾ, ਉਵੇਂ ਹੀ ਉੱਠ ਕੇ ਤੁਰ ਪਿਆ ਜੀ ਨਾਲ। ਹਾਂਜੀ, ਨੀਕੇ ਬਸਤਰ ਸ਼ਸਤਰ ਨਹਿ ਪਹਿਰੇ, ਹੋਨ ਹਾਰ ਨੇ ਤਥਾ ਕਰਾਏ। ਗੁਰੂ ਸਾਹਿਬ ਨੂੰ ਤੇ ਕਹਿੰਦਾ ਸੀ ਉਹ ਪੋਸ਼ਾਕ ਪਾ ਕੇ ਆਵਾਂਗਾ, ਉਹ ਪੱਗ ਦਿੱਤੀ ਉਹ ਬੰਨਾਂਗਾ, ਮਹਾਰਾਜ ਸ਼ਸਤਰ ਸਜਾ ਕੇ ਆਵਾਂਗਾ, ਪਰ ਮੈਲੇ ਕਚੈਲੇ ਕੱਪੜੇ ਪਾਏ ਪੈਂਦੇ ਖਾਂ ਨੇ। ਵੱਡਾ ਸਰੀਰ, ਉੱਚਾ ਲੰਮਾ ਸਰੀਰ ਜੀ ਇਹਦਾ, ਉਵੇਂ ਹੀ ਆ ਗਿਆ ਗੁਰੂ ਸਾਹਿਬ ਕੋਲ ਜੀ। ਹਾਂਜੀ, ਨਹਿ ਤੁਰੰਗ ਪਰ ਚੜ ਕਰ ਗਮਨਿਓ, ਉਹ ਘੋੜੇ ਤੇ ਵੀ ਨਹੀਂ ਚੜਿਆ, ਉਸ ਘੋੜੇ ਤੇ। ਹਾਂਜੀ, ਮਹਾ ਬਿਸੂਰਤ ਆਇਵ ਪਾਏ। ਤੇ ਗੁਰਮੁਖੋ ਮੁਰਝਾਈ ਹੋਈ ਸੂਰਤ ਲੈ ਕੇ ਪੈਦਲ ਹੀ ਸੱਚੇ ਪਾਤਸ਼ਾਹ ਕੋਲ ਆ ਗਿਆ ਪੈਂਦੇ ਖਾਂ। ਹਾਂਜੀ, ਸ਼੍ਰੀ ਸਤਿਗੁਰ ਕੋ ਬੰਦਨ ਕਰਕੇ। ਤੇ ਤੁਸੀਂ ਵੀ ਕਰੋ ਬੰਧਨ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਅੱਗੋਂ ਸਭਾ ਵਿੱਚ ਸੱਚੇ ਪਾਤਸ਼ਾਹ ਬੈਠੇ, ਜਗਤ ਦੇ ਮਾਲਕ, ਖੰਡਾਂ ਬਰਪੰਡਾਂ ਦੇ ਮਾਲਕ। ਪੈਂਦੇ ਖਾਂ ਨੇ ਆ ਕੇ ਮੱਥਾ ਟੇਕਿਆ ਗੁਰੂ ਜੀ ਨੂੰ। ਹਾਂਜੀ, ਸਨਮੁਖ ਬੈਠਿਓ ਮਤ ਵਿਚ ਲਾਏ। ਤੇ ਸਾਹਮਣੇ ਆ ਕੇ ਬਹਿ ਗਿਆ। ਬਾਹਰੋਂ ਮੱਥਾ ਟੇਕਿਆ, ਅੰਦਰੋਂ ਨਹੀਂ ਟੇਕਿਆ ਜੀ। ਮੱਤ ਖਰਾਬ ਹੋ ਗਈ। ਗੁਰਮੁਖੋ ਸ਼ੰਕਾ ਨਾ ਕੀਤੇ ਕਿਸੇ ਦੇ ਅੰਦਰ ਪੈਦਾ ਹੋ ਜੇ। ਦੁੱਧ ਜਿੰਨਾ ਮਰਜ਼ੀ ਹੋਵੇ, ਕੁਆਂਟਲਾਂ ਦੇ ਹਿਸਾਬ ਨਾਲ ਦੁੱਧ ਹੋਵੇ, ਕਾਂਜੀ ਦੀ ਇੱਕ ਛਿੱਟ ਸਾਰੇ ਦੁੱਧ ਨੂੰ ਖਰਾਬ ਕਰ ਦਿੰਦੀ ਜੀ। ਸ਼ੰਕਾ ਜਿਹੜਾ ਹੈ ਉਹ ਕਾਂਜੀ ਹੈ, ਸਭ ਕੁਝ ਖਰਾਬ ਕਰ ਦਿੰਦਾ ਜੀ, ਸਭ ਕੁਝ ਕਰ ਦਿੰਦਾ ਖਰਾਬ। ਹੁਣ ਅੰਦਰ ਸ਼ੰਕੇ ਭਰੇ ਪਏ ਸੀਗੇ, ਬਹਿ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ। ਹਾਂਜੀ, ਦੇਖ ਨਾ ਸਕੈ ਸਮੁਖ ਮਨ ਖੋਟਾ,
ਅੰਤਰ ਜਾਮੇ ਸਭ ਲਖ ਪਾਏ। ਹੁਣ ਗੁਰੂ ਸਾਹਿਬ ਤੇ ਸਾਰਾ ਕੁਝ ਜਾਣ ਕੇ ਵੀ ਇਹਨੇ ਮੈਲੇ ਕਚੈਲੇ ਕੱਪੜੇ ਪਾਏ, ਸਰੀਰ ਦਾ ਬੁਰਾ ਹਾਲ ਇਹਦਾ। ਮਹਾਰਾਜ ਤੇ ਬੜਾ ਧਿਆਨ ਰੱਖਦੇ ਹੁੰਦੇ ਸੀ ਇਹਦਾ ਜੀ। ਗੁਰੂ ਸਾਹਿਬ ਨੇ ਬਚਨ ਕੀਤੇ। ਹਾਂਜੀ, ਸ੍ਰੀ ਮੁਖ ਬੂਝਿਓ ਪੋਸ਼ਿਸ਼ ਚੀਰਾ, ਪਹਿਰ ਭਲੇ ਤਨ ਕਿਉ ਨਹਿ ਆਏ। ਸੱਚੇ ਪਾਤਸ਼ਾਹ ਕਹਿੰਦੇ ਪੈਂਦੇ ਖਾਂ ਪੱਗ ਨਹੀਂ ਬੰਨੀ, ਅੱਜ ਕਹਿਣ ਲੱਗੇ ਪੈਂਦੇ ਖਾਂ ਉਹ ਕੱਪੜੇ ਕਿਉਂ ਨਹੀਂ ਪਾਏ ਜਿਹੜੇ ਤੈਨੂੰ ਦਿੱਤੇ ਸੀ। ਹਾਂਜੀ, ਖੜਗ ਸਿਪਰ ਜੁਤ ਚੜਿਓ ਤੁਰੰਗਨਾ, ਕਿਮ ਆਇਓ ਅਸ ਹੁਕਮ ਮਿਟਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਤੂੰ ਖੰਡਾ ਸਜਾਇਆ, ਖੜਗ ਨਹੀਂ ਸਜਾਈ, ਢਾਲ ਨਹੀਂ ਸਜਾਈ, ਘੋੜੇ ਤੇ ਚੜ ਕੇ ਵੀ ਨਹੀਂ ਆਇਆ। ਤੈਨੂੰ ਤੇ ਅਸੀਂ ਆਖਿਆ ਸੀ ਵੀ ਜਦੋਂ ਆਉਣਾ ਇਸ ਤਰੀਕੇ ਨਾਲ ਆਉਣਾ, ਤੇ ਆ ਕਿਵੇਂ ਆ ਗਿਆ ਤੂੰ ਅੱਜ ਸਾਡੇ ਕੋਲ। ਹਾਂਜੀ, ਮਲਿਨ ਬੇਸ ਅਰ ਮਲਿਨ ਬਦਨ ਬਨ, ਮੈਲੇ ਕੱਪੜੇ ਮੈਲਾ ਚਿਹਰਾ ਹੋਇਆ ਪਿਆ ਤੇਰਾ। ਹਾਂਜੀ, ਕਿਮ ਸੰਚਿਤ ਉਰ ਬਿਨਾ ਹੁਲਾਸ, ਤੇ ਹਿਰਦੇ ਚ ਕੋਈ ਖੁਸ਼ੀ ਨਹੀਂ ਹੈਗੀ ਤੇਰੇ, ਮੁਖ ਤੇ ਤੇਰੀ ਚਿੰਤਾ। ਪੈਂਦੇ ਖਾਂ ਕੀ ਗੱਲ ਹੋ ਗਈ ਤੈਨੂੰ। ਹਾਂਜੀ, ਪੰਜ ਦਿਵਸ ਬਖਸ਼ਿਸ਼ ਕੋ ਲੇਕਰ, ਕਿਉਂ ਨਾ ਆਨੰਦਤ ਪਹਿਰ ਪ੍ਰਕਾਸ਼। 5 ਦਿਨ ਹੋ ਗਏ ਤੂੰ ਸਾਡੇ ਕੋਲ ਨਹੀਂ ਆਇਆ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਗੁਰੂ ਸਾਹਿਬ ਐ ਜਿਵੇਂ ਬੱਚੇ ਨੂੰ ਨਹੀਂ ਪੁੱਛੀਦਾ ਜੀ, ਉਵੇਂ ਮਹਾਰਾਜ ਪੁੱਛਣ ਦੇ। ਮਹਾਰਾਜ ਕਹਿੰਦੇ ਪੈਂਦੇ ਖਾਂ 5 ਦਿਨ ਹੋ ਗਏ ਤੂੰ ਸਾਡੇ ਕੋਲ ਹੀ ਨਹੀਂ ਆਇਆ। ਕਹਿਣ ਲੱਗੇ ਬਖਸ਼ਿਸ਼ਾਂ ਲੈ ਕੇ ਘਰ ਹੀ ਬਹਿ ਗਏ। ਕਹਿਣ ਲੱਗੇ ਹਾਂਜੀ, ਕੋ ਕਾਰਜ ਕਿਮ ਬਿਗੜਿਓ ਤੁਮ ਪ੍ਰਿਯ, ਪਿਆਰੇ ਤੇਰਾ ਕਿਹੜਾ ਕੰਮ ਵਿਗੜ ਗਿਆ। ਕਹਿਣ ਲੱਗੇ ਸਾਨੂੰ ਦੱਸ। ਕਹਿਣ ਲੱਗੇ ਹਾਂਜੀ, ਸਕਲ ਸਾਚ ਕਹੀਐ ਹਮ ਪਾਸ, ਤੇ ਪਿਆਰੇ ਸੱਚ ਸੱਚ ਦੱਸ। ਕਹਿਣ ਲੱਗੇ ਸੱਚ ਸੱਚ ਤੇਰੇ ਹੁਣੇ ਕੰਮ ਬਣਾ ਦੇਾਂਗੇ। ਹਾਂਜੀ, ਮਿਥਿਆ ਤੇ ਸੁਧਰਤ ਹੋਏ ਨਾਹੀ, ਸਾਚ ਕਹੇ ਸੁਖ ਸਾਸ ਗਿਰਾਸ। ਗੁਰੂ ਸਾਹਿਬ ਨੂੰ ਪਤਾ ਹੀ ਵੀ ਇਹਨੇ ਝੂਠ ਬੋਲਣਾ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਸਾਹਿਬ ਪੈਂਦੇ ਖਾਂ ਨੂੰ ਕਹਿਣ ਲੱਗੇ ਪੈਂਦੇ ਖਾਂ ਝੂਠ ਨਹੀਂ ਬੋਲੀਦਾ, ਸੱਚ ਵਿੱਚ ਬੜੀ ਤਾਕਤ ਹੁੰਦੀ ਜੀ। ਹਾਂਜੀ, ਸੱਚ ਵਿੱਚ ਬੜੀ ਤਾਕਤ ਹੁੰਦੀ। ਇੱਕ ਵਾਰੀ ਬੰਦਾ ਹਿਰਦਾ ਵੱਡਾ ਕਰਕੇ ਸੱਚ ਬੋਲਦੇ ਨਾ ਜੀ, ਤੇ ਬਾਅਦ ਚੋਂ ਕੰਮ ਸੁਧਰਦਾ ਹੀ ਹੈ, ਕੰਮ ਵਿਗੜਦਾ ਨਹੀਂ ਜੀ। ਹਾਂਜੀ, ਇੱਕ ਵਾਰੀ ਹਿਰਦਾ ਖੁੱਲਾ ਕਰਕੇ ਸੱਚ ਬੋਲਦੇ। ਗੁਰੂ ਦੀ ਅਦਾਲਤ ਵਿੱਚ ਤੇ ਬਾਹਰ ਦੀ ਅਦਾਲਤ ਵਿੱਚ ਬੜਾ ਫਰਕ ਜੇ। ਬਾਹਰ ਦੀ ਅਦਾਲਤ ਦਾ ਪਤਾ ਕੀ ਹਿਸਾਬ ਹੈ, ਬੰਦਾ ਕਹਿ ਦੇ ਮੈਂ ਦੋਸ਼ੀ ਹਾਂ, ਉਹਨੂੰ ਸਜ਼ਾ ਮਿਲਦੀ ਜੇ। ਹਾਂਜੀ, ਜੇ ਨਹੀਂ ਮੰਨਦਾ ਤੇ ਉਹ ਧੱਕੇ ਨਾ ਮਨਾਉਂਦੇ ਜੀ। ਤੇ ਬੰਦਾ ਕਵੇ ਸਹੀ ਵੀ ਮੈਂ ਦੋਸ਼ੀ ਹਾਂ, ਉਹਨੂੰ ਸਜ਼ਾ ਮਿਲਦੀ ਹੈ। ਪਰ ਗੁਰੂ ਜੀ ਦੀ ਹਜ਼ੂਰੀ 'ਚ, ਗੁਰੂ ਦੀ ਅਦਾਲਤ ਵਿੱਚ ਬੰਦਾ ਇਹ ਕਹਿ ਦੇ ਮੈਂ ਦੋਸ਼ੀ ਹਾਂ, ਗੁਰੂ ਜੀ ਮਾਫ ਕਰ ਦਿੰਦੇ ਜੀ ਉਹਨੂੰ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਇਹ ਇੰਨਾ ਕੁ ਫਰਕ ਹੈਗਾ ਜੀ। ਉਧਰ ਦੋਸ਼ੀ ਨੂੰ ਸਜ਼ਾ ਮਿਲਦੀ ਹੈ, ਇਧਰ ਦੋਸ਼ੀ ਮੰਨੇ ਹੀ ਸਹੀ ਵੀ ਮੈਂ ਦੋਸ਼ੀ ਹਾਂ, ਮਹਾਰਾਜ ਮਾਫ ਕਰ ਦਿੰਦੇ ਜੀ। ਮਹਾਰਾਜ ਕਹਿੰਦੇ ਪਿਆਰੇ ਝੂਠ ਨਹੀਂ ਬੋਲਣਾ, ਸੱਚ ਦੱਸ। ਕਹਿਣ ਲੱਗੇ ਸੱਚ ਵਿੱਚ ਬੜੀ ਤਾਕਤ ਹੁੰਦੀ, ਤੇਰੇ ਵਿਗੜੇ ਕੰਮ ਬਣਨਗੇ। ਕਹਿਣ ਲੱਗੇ ਤੁਸੀਂ ਹਿਰਦਾ ਵੱਡਾ ਕਰਕੇ, ਜੇ ਗਲਤ ਕੰਮ ਹੋ ਵੀ ਗਿਆ ਨਾ ਜੀ, ਹਿਰਦਾ ਵੱਡਾ ਕਰਕੇ ਸੱਚ ਬੋਲਦੇ ਹੋ ਜੀ। ਹਾਂਜੀ, 1-2 ਦਿਨ ਬਖੇੜਾ ਰਹੇਗਾ, ਬਾਅਦ ਚੋਂ ਸੁਖੀ ਹੋ ਜਾਓਗੇ ਜੀ, ਸੁਖੀ ਹੋ ਜਾਓਗੇ। ਇਹ ਗੱਲ ਪ੍ਰੈਕਟੀਕਲ ਕਰਕੇ ਵੇਖਿਓ। ਜਿਹੜੇ ਪਾਪ ਹੋ ਗਏ ਜਾਂ ਆਪਣੇ ਕਿਸੇ ਮਿੱਤਰ ਕੋਲੋਂ ਗੱਲ ਛਪਾਈ ਹੈ, ਉਹਨੂੰ ਸੱਚ ਸੱਚ ਦੱਸ ਦਿਓ ਵੀ ਆਹ ਗੱਲ ਹੀ ਭਲਿਆ, ਸੱਚ ਬੋਲ ਦਿਓ। ਸੱਚ ਵਿੱਚ ਬੜੀ ਤਾਕਤ ਹੈਗੀ, ਬਾਅਦ ਚੋਂ ਤੰਗੀ ਨਹੀਂ ਆਏਗੀ ਕੋਈ ਜੀ। ਪੈਂਦੇ ਖਾਂ ਕਹਿ ਦਿੰਦਾ ਮਹਾਰਾਜ ਮੇਰੇ ਜਵਾਈ ਨੇ ਖੋਲੇ, ਮੇਰਾ ਵਸ ਨਹੀਂ ਚੱਲਣ ਦਿਆ, ਮੇਰਾ ਤੇ ਬੜਾ ਹੀ ਜੀ ਕਰਨ ਦਿਆ ਸੀ। ਪਰ ਪੈਂਦੇ ਖਾਂ ਹੁਣ ਸੁਣੋ ਕੀ ਬੋਲਦਾ। ਹਾਂਜੀ, ਪ੍ਰੇਰਿਓ ਭਾਵੀ ਕੂਰ ਕਹਿਤ ਭਾ, ਗੁਰ ਪ੍ਰਤਾਪ ਜਦਪ ਕਸ਼ ਜਾਨ। ਤੇ ਗੁਰਮੁਖੋ ਉਹ ਭਾਬੀ ਨੇ ਉਤੋਂ ਪ੍ਰੇਰਿਆ ਸੀਗਾ, ਗੁਰੂ ਜੀ ਦਾ ਪ੍ਰਤਾਪ ਭੁੱਲ ਗਿਆ ਤੇ ਐਉਂ ਬੋਲਿਆ ਅੱਗੋਂ। ਦਾਸ ਆਪ ਕੋ ਗਇਓ ਹਕਾਰਨ, ਬੈਠਿਓ ਜਤਾ ਹੁਤ ਨਿਜ ਠਾਨ। ਤੇ ਹੁਣ ਜਿਹੜੀ ਅੱਗੋਂ ਗੱਲ ਹੈ ਨਾ ਜੀ, ਉਹ ਫਿਰ ਆਪਾਂ ਕੱਲ ਦੱਸਾਂਗੇ ਜੀ। ਪੈਂਦੇ ਖਾਂ ਮਹਾਰਾਜ ਨੂੰ ਕੀ ਕਹਿੰਦਾ ਜੀ, ਕਿੰਨੇ ਪਿਆਰ ਨਾਲ ਸੱਚੇ ਪਾਤਸ਼ਾਹ ਪੁੱਛਣ ਦੇ ਤੂੰ ਸਾਡਾ ਪਿਆਰਾ। ਕਹਿਣ ਲੱਗੇ ਮਾੜਾ ਤੇਰਾ ਚਿਹਰਾ ਬਣਿਆ, ਕੱਪੜੇ ਤੇਰੇ ਮੈਲੇ, ਸਾਡੇ ਕੋਲੋਂ ਨਹੀਂ ਵੇਖਿਆ ਜਾਂਦਾ, ਸੱਚ ਸੱਚ ਦੱਸ ਦੇ। ਤੇ ਵੇਖੋ ਪਤਾ ਵੀ ਹੈਗਾ ਸਾਰੀਆਂ ਗੱਲਾਂ ਦਾ ਗੁਰੂ ਜੀ ਨੂੰ, ਪਰ ਗੁਰੂ ਸਾਹਿਬ ਪੁੱਛਣ ਦੇ ਜੀ। ਬੰਦੇ ਨੇ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸਣਾ ਜੀ। ਪਰ ਹੁਣ ਸੁਣੋ ਪੈਂਦੇ ਖਾਂ ਸੱਚੇ ਪਾਤਸ਼ਾਹ ਨੂੰ ਕੀ ਉੱਤਰ ਦਿੰਦਾ, ਇਹ ਆਪਾਂ ਕੱਲ ਸੁਣਾਂਗੇ। ਆਪਾਂ ਆਪਣੀ ਅਰਦਾਸ ਕਰਨੀ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ
ਸਾਡੇ ਤੇ ਮਿਹਰ ਕਰੋ, ਸਾਨੂੰ ਭੁੱਲਾਂ ਤੋਂ ਬਚਾ ਕੇ ਰੱਖੋ। ਮਹਾਰਾਜ ਬੜੀਆਂ ਹੀ ਭੁੱਲਾਂ ਹੁੰਦੀਆਂ, ਬੜੀਆਂ ਹੀ ਗਲਤੀਆਂ ਹੁੰਦੀਆਂ ਜੀਵਨ ਵਿੱਚ। ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖੋ। ਭੁੱਲ ਹੋ ਵੀ ਜਾਏ ਤੇ ਮਾਫ ਕਰ ਲਿਓ। ਕਰੋ ਅਰਦਾਸ, ਜੋੜੋ ਹੱਥ, ਆਖੋ ਸੱਚੇ ਪਾਤਸ਼ਾਹ ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵੰਦੇ, ਅਸੀਂ ਖਤੇ ਬਹੁਤ ਕਮਾਵੰਦੇ। ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ। ਇੰਨੀਆਂ ਗਲਤੀਆਂ ਨੇ ਹੇ ਸੱਚੇ ਪਾਤਸ਼ਾਹ, ਇੰਨੀਆਂ ਗਲਤੀਆਂ ਨੇ, ਇੰਨੀਆਂ ਗਲਤੀਆਂ ਵੀ ਅੰਤ ਹੀ ਨਹੀਂ ਹੈਗਾ ਕੋਈ ਜੀ। ਆਖੋ ਗੁਰੂ ਜੀ ਨੂੰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਹੋ, ਹਰ ਕਿਰਪਾ ਕਰਕੇ ਬਖਸ਼ ਲੈਹੋ, ਹਰ ਕਿਰਪਾ ਕਰਕੇ ਬਖਸ਼ ਲਿਓ, ਹਰ ਕਿਰਪਾ ਕਰਕੇ ਬਖਸ਼ ਲਿਓ। ਹਾਂ ਪਾਪੀ ਵੱਡ ਗੁਣਹਗਾਰ, ਹਾਂ ਪਾਪੀ ਵੱਡ ਗੁਣਹਗਾਰ, ਹਾਂ ਪਾਪੀ ਵੱਡ ਗੁਨਹਗਾਰ, ਹਾਂ ਪਾਪੀ ਵੱਡ ਗੁਨਹਗਾਰ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ ਲੈਣ ਜੀ। ਬੰਦਾ ਬਹੁਤ ਕੁਝ ਕਰਦਾ, ਬਹੁਤ ਕੁਝ ਵੇਖਦਾ, ਬਹੁਤ ਕੁਝ ਸੁਣਦਾ, ਉਹਦੇ ਵਿੱਚੋਂ ਤਕਰੀਬਨ 60% ਗਲਤੀ ਹੁੰਦਾ ਜੀ ਕੰਮ ਜੀ। ਸੱਚੇ ਪਾਤਸ਼ਾਹ ਮਿਹਰਾਂ ਕਰਨ। ਹੁਣ ਨਾ ਜੀ ਤੁਸੀਂ 2 ਮਿੰਟ ਸ਼ਬਦ ਦਾ ਅਭਿਆਸ ਕਰ ਲਓ, ਵਾਹਿਗੁਰੂ ਵਾਹਿਗੁਰੂ ਜਪ ਲਓ। ਕਿਉਂ ਪਿਛਲੇ ਬਹੁਤ ਦਿਨਾਂ ਤੋਂ ਨਾ ਜੀ ਆਪਾਂ ਸਿੱਧੀ ਕਥਾ ਕਰਕੇ ਸਮਾਪਤੀ ਕਰਦੇ ਨੇ, ਤੇ ਮੈਨੂੰ 2-3 ਪ੍ਰੇਮੀ ਕਹਿੰਦੇ ਵੀ ਤੂੰ ਵਿਗੜ ਗਿਆ, ਕਹਿਣ ਲੱਗੇ ਹੈ ਨਾਮ ਵਾਹਿਗੁਰੂ ਵਾਹਿਗੁਰੂ ਨਹੀਂ ਸੰਗਤ ਬੋਲਦੀ। ਹਾਂਜੀ, ਤੇ ਚਲੋ 2 ਮਿੰਟ ਸੱਜੋ ਤੇ ਨੇਤਰ ਕਰੀਏ ਬੰਦ, ਸੁਰਤੀਆਂ ਕਰੀਏ ਸਾਵਧਾਨ। ਤੇ ਅੱਖਾਂ ਨੇ ਬੜਾ ਕਹਿਣਾ, ਮਨ ਨੇ ਬੜਾ ਕਹਿਣਾ, ਤੁਸੀਂ ਅੱਖਾਂ ਖੋਲੋ। ਹਾਂਜੀ, ਮਨ ਆਖੇਗਾ ਵੀ ਤੇ ਨਾ ਖੋਲਿਓ ਜੀ। ਘੁਮਾ ਕੇ ਸੁਰਤ ਨੂੰ ਸ਼ਬਦ ਵਾਲੇ ਪਾਸੇ ਲੈ ਕੇ ਆਇਓ। ਅਰਦਾਸ ਗੁਰੂ ਸਾਹਿਬ ਅੱਗੇ ਕਰਨੀ ਹੈ। ਹਾਂਜੀ, ਬੜੇ ਪ੍ਰੇਮ ਨਾਲ ਨੇਤਰ ਬੰਦ ਕਰਕੇ ਪ੍ਰੇਮ ਦੇ ਨਾਲ ਮਿੱਠੀ ਮਿੱਠੀ ਆਵਾਜ਼ ਵਿੱਚ ਆਖੋ, ਵਾਹਿਗੁਰੂ ਵਾਹਿਗੁਰੂ। ਪੂਰੀ ਸੁਰਤ ਵਿੱਚ ਰੱਖੋ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਮਿਹਰਾਂ ਕਰਨ, ਦਇਆ ਕਰਨ। ਵਾਹਿਗੁਰੂ ਜੀ ਦਾ ਨਾਮ ਸੁਰਤ ਵਿੱਚ ਵਸੇ ਜੀ। ਹਾਂਜੀ, ਨਾਮ ਦੀਆਂ ਗੱਲਾਂ ਕਰ ਲੈਣੀਆਂ ਵੱਖਰੀਆਂ, ਨਾਮ ਜਪਣਾ ਵੱਖਰਾ ਹੈਗਾ ਜੀ। ਗੁਰੂ ਸਾਹਿਬ ਕਿਰਪਾ ਕਰਨ, ਸੁਰਤ ਸ਼ਬਦ ਵਿੱਚ ਲੱਗੀ ਰਹੇ। ਹਾਂਜੀ, ਸੁਰਤ ਭੈ ਵਿੱਚ ਰਵੇ ਜੀ, ਡਰ ਵਿੱਚ ਰਵੇ। ਐਸੀ ਸੱਚੇ ਪਾਤਸ਼ਾਹ ਕਿਰਪਾ ਕਰਨ। ਹਿਮਾ ਜੀ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।